मैं ये अर्ज़ करांगा कि आप जी अपनी मुबारक रसना तो दास नूं आसीस बख्शो, कुछ अर्ज़ां करन दी समर्था बख्शण वास्ते एक बार किरपा करो। सब गज के कहो धन श्री गुरु नानक देव सच्चे पातशाह जी। एक बार फिर किरपा करो, सब गज के कहो धन श्री सतगुरु गोबिंद सिंह सच्चे पातशाह जी। सब माई भाई उस महान सतगुरु 12वें नानक परदेसी प्रीतम चीनी दे शाह असवार नूं याद करिए। सब प्रेम नाल आखो धन श्री सतगुरु राम सिंह सच्चे पातशाह जी। सतसंगी जनों, कुछ दिनों तो गरीब नवाज सच्चे पातशाह जी की बख्शिश नाल उन्हां दी रज़ा अनुसार एक प्रोग्राम बनया कि अज समाज विच गुरबाणी प्रति साडी अकीदत घट रही है। खास करके दसम बाणी प्रति बहुत सारे लोग इस निंदा प्रकरण विच हिस्सा लै रहे ने। बड़े जोर शोर नाल ये प्रचार किया जा रहा है कि दसम श्री गुरु ग्रंथ साहिब जी की पवित्र बाणी दसम पातशाह की उचारण की हुई नहीं। बड़ा जोर लग्या पिया, बड़ियां किताबां लिखियां जा चुकियां ने। दोहां तरफां तो ही जतन जारी है, परंतु लंबे समय तो सतगुरु सच्चे पातशाह जी की रज़ा है दसम पातशाह जी की पवित्र बाणी की प्रौढ़ता वास्ते जतन जारी रखे जाने चाहिए ने। इस वास्ते सत्कारयोग मास्टर दर्शन सिंह जी उन्हां दी अगवाई विच कुछ होर सिंघां नूं नाल ला के पहली पोथी दसम बाणी दी छप के तुहाडे तक पहुँच चुकी है। दूसरी पोथी की तैयारी हो रही है, बहुत छेती वो भी तुहाडे हत्थां च आ जानी है। और इस संदर्भ विच ही ये यतन किया गया कि वख-वख विद्वानां पासों की दसम बाणी गुरबाणी नहीं, जे है तो क्यों है, इस दे बारे विच कुछ सिद्धांत जिहड़े ने वो पेश करने का उपराला किया गया। अज सत्कारयोग ਗਿਆਨੀ हरदीप सिंह जी हजूर साहब वालियां ने आप जी नूं मुखातब होना सी। किसी कारण करके उन्हां दी रिकॉर्डिंग साडे तक नहीं अज पहुँच सकी। इस वास्ते मैनू आप जी दे सन्मुख आप जी दे दरबार विच हाज़र होना पिया। सतसंगी जनों, सब तो पहली गल तो यह है कि गुरमत किसी की निंदिया करन वाले पासे दा उपदेश नहीं देंदी, सिख नूं इस पासे नहीं तोरदी। पातशाह गुरबाणी च फरमान करते ने कि निंदा भली किसै की नाही, मन मुख मुग्ध करन। ये सियाणे लोकां दा, सुगड़ लोकां दा, विद्वान लोकां दा काम नहीं है निंदिया करना। खास करके अध्यात्मवाद के खेत्र विच जिहड़ा मनुख चलदा है
ਉਸ ਦੀ ਨਿੰਦਿਆ ਕੀਤੀ ਹੋਈ, ਉਸ ਦੁਆਰਾ ਨਿੰਦਿਆ ਦੇ ਬੋਲੇ ਹੋਏ ਸ਼ਬਦ ਜਿਹੜੇ ਨੇ ਉਹ ਉਸ ਦੀ ਰਾਸ ਨੂੰ ਖੋਰਾ ਲਾਉਂਦੇ ਨੇ। ਅਧਿਆਤਮਿਕ ਰਾਸ ਉਸ ਮਨੁੱਖ ਦੀ ਘਟਦੀ ਹੈ, ਖਤਮ ਹੁੰਦੀ ਹੈ। ਇਸ ਵਾਸਤੇ ਅਧਿਆਤਮਿਕ ਲੋਕ, ਧਾਰਮਿਕ ਲੋਕ ਨਿੰਦਿਆ ਤੋਂ ਖਾਸ ਰੂਪ 'ਚ ਬਚਦੇ ਨੇ। ਪਰ ਭਾਈ ਗੁਰਦਾਸ ਜੀ ਨੇ ਇੱਕ ਵਚਨ ਆਪਣੀਆਂ ਵਾਰਾਂ 'ਚ ਕੀਤਾ ਹੈ। ਭਾਈ ਸਾਹਿਬ ਜੀ ਕਹਿੰਦੇ ਨੇ, ਨਿੰਦਾ ਭਲੀ ਨਾ ਕਿਸੇ ਦੀ, ਪਰ ਗੁਰ ਨਿੰਦ ਕੁਟੰਗੈ। ਉਹ ਕਹਿੰਦੇ ਨੇ ਬੇਸ਼ੱਕ ਦੁਨੀਆ ਦੇ ਵਿੱਚ ਨਿੰਦਿਆ ਬਹੁਤ ਮਾੜਾ ਕੰਮ ਹੈ, ਕਿਸੇ ਦੀ ਵੀ ਨਿੰਦਿਆ ਕਰਨੀ ਚੰਗੀ ਨਹੀਂ, ਪਰੰਤੂ ਗੁਰੂ ਦੀ ਨਿੰਦਾ, ਗੁਰੂ ਦੇ ਉਪਦੇਸ਼ ਦੀ ਨਿੰਦਾ, ਗੁਰੂ ਦੀ ਮਰਿਆਦਾ ਦੀ ਨਿੰਦਾ, ਗੁਰੂ ਦੇ ਹੁਕਮਾਂ ਦੀ ਨਿੰਦਾ, ਇਹ ਸਭ ਤੋਂ ਵੱਡਾ ਕੁਟੰਗ ਹੈ, ਸਭ ਤੋਂ ਵੱਡੀ ਕੁਨੀਤੀ ਹੈ, ਸਭ ਤੋਂ ਮਾੜੀ ਗੱਲ ਹੈ। ਜਦੋਂ ਆਪਾਂ ਇਤਿਹਾਸ ਵੱਲ ਝਾਤੀ ਮਾਰਦੇ ਹਾਂ ਤੋ ਬਾਬੂ ਤੇਜਾ ਸਿੰਘ ਭਸੌੜ ਅਤੇ ਉਹਨਾਂ ਦੇ ਹੋਰ ਉਸ ਲਾਣੇ ਦੇ ਕੁਝ ਸਾਥੀ ਜਿਹੜੇ ਨੇ, ਉਹਨਾਂ ਨੇ ਇਹ ਯਤਨ ਕੀਤਾ ਕਿ ਦਸਮ ਬਾਣੀ ਗੁਰਬਾਣੀ ਨਹੀਂ। ਇਹ ਵਾਰ ਕੀਤਾ ਉਹਨਾਂ ਨੇ। ਫਿਰ ਉਹਨਾਂ ਨੇ ਇਹ ਵਾਰ ਕੀਤਾ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਿਹੜੀ ਰਾਗਮਾਲਾ ਹੈ ਉਹ ਬਾਣੀ ਨਹੀਂ। ਫਿਰ ਇੱਕ ਹੋਰ ਅਗਲਾ ਵਾਰ ਸੀ ਉਹਨਾਂ ਦਾ ਕਿ ਭੱਟਾਂ ਦੇ ਸਵਈਏ ਗੁਰਬਾਣੀ ਨਹੀਂ। ਔਰ ਉਹ ਇੱਥੇ ਹੀ ਨਾ ਰੁਕੇ। ਇਹ ਜਿਹੜੇ ਲੋਕ ਸਨ, ਇਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਭਗਤ ਬਾਣੀ ਵੀ ਗੁਰਬਾਣੀ ਨਹੀਂ। ਔਰ ਮੈਂ ਤੁਹਾਡੀ ਯਾਦਾਸ਼ਤ ਵਾਸਤੇ ਇਹ ਵੀ ਅਰਜ਼ ਕਰਦੇ ਹਾਂ ਕਿ ਕੁਝ ਲੋਕਾਂ ਨੇ ਇਹ ਵੀ ਯਤਨ ਕੀਤਾ ਕਿ ਆਦਿ ਗੁਰਬਾਣੀ ਦੇ ਵਿੱਚੋਂ ਗੁਰੂ ਸਾਹਿਬ ਦੀ ਬਾਣੀ ਨੂੰ ਰੱਖ ਲਿਆ ਗਿਆ। ਭਗਤ ਬਾਣੀ, ਭੱਟ ਬਾਣੀ, ਬਾਬਾ ਸੁੰਦਰ ਜੀ ਦੀ ਬਾਣੀ ਆਦਿਕ ਬਾਣੀਆਂ ਕੱਢ ਕੇ ਤੇ ਇੱਕ ਵੱਖਰਾ ਗ੍ਰੰਥ ਸਾਹਿਬ ਜਿਹੜਾ ਸੀ ਉਹ ਬਣਾਉਣ ਦਾ ਇਹਨਾਂ ਨੇ ਪ੍ਰੋਗਰਾਮ ਬਣਾਇਆ। ਤੇ ਉਹਦੇ ਵਿੱਚ ਉਹਨਾਂ ਨੇ ਇਹ ਸੋਚਿਆ ਕਿ ਦਸਮ ਪਾਤਸ਼ਾਹ ਜੀ ਦੀ ਜਿਹੜੀ ਬਾਣੀ ਹੈ, ਜਪਜੀ ਸਾਹਿਬ ਹੈ, ਜਾਪ ਸਾਹਿਬ ਹੈ, ਅਕਾਲ ਉਸਤਤ ਹੈ, ਇਹੋ ਜਿਹੀਆਂ ਕੁਝ ਕੁ ਬਾਣੀਆਂ ਨੂੰ ਉਹਨਾਂ ਨੇ ਪ੍ਰਮਾਣਿਕ ਮੰਨ ਲਿਆ। ਤੇ ਪ੍ਰਮਾਣਿਕ ਮੰਨਣ ਤੋਂ ਬਾਅਦ ਉਹਨਾਂ ਨੇ ਆਖਿਆ ਕਿ ਇਹ ਕੁਝ ਬਾਣੀਆਂ ਜਿਹੜੀਆਂ ਨੇ ਇਹ ਕਿਉਂਕਿ ਗੁਰਬਾਣੀਆਂ ਹੈ, ਇਹਨਾਂ ਨੂੰ ਨਾਲ ਰੱਖ ਲਿਆ ਜਾਵੇ ਤੇ ਆਦਿ ਬਾਣੀ ਦੇ ਵਿੱਚ ਜਿਹੜੀ ਗੁਰੂ ਸਾਹਿਬ ਦੀ ਬਾਣੀ ਹੈ ਉਸ ਨੂੰ ਰੱਖ ਲਿਆ ਜਾਵੇ ਤੇ ਇਹ ਇੱਕ ਗ੍ਰੰਥ ਸਾਹਿਬ ਤਿਆਰ ਕਰ ਲਿਆ ਜਾਵੇ। ਔਰ ਉਹਦਾ ਪ੍ਰਚਾਰ ਵੀ ਇਹ ਕੀਤਾ ਗਿਆ ਕਿ ਜਿਸ ਪਵਿੱਤਰ ਬੀੜ ਬਾਰੇ ਇਹ ਜ਼ਿਕਰ ਕੀਤਾ ਜਾਂਦਾ ਹੈ, ਬੇਸ਼ੱਕ ਅੱਜ ਬਹੁਤੇ ਵਿਦਵਾਨ ਇਸ ਗੱਲ ਨਾਲ ਸਹਿਮਤ ਨਹੀਂ ਕਿ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਤਲਵੰਡੀ ਸਾਬੋ ਦਮਦਮਾ ਸਾਹਿਬ ਦੇ ਅਸਥਾਨ 'ਤੇ ਆਪਣੇ ਕੰਠੋਂ ਬੀੜ ਦਾ ਉਚਾਰਨ ਕੀਤਾ, ਪੂਰੀ ਗੁਰਬਾਣੀ ਸੰਪੂਰਨ ਬਾਣੀ ਦਾ ਉਚਾਰਨ ਕੀਤਾ ਔਰ ਭਾਈ ਮਨੀ ਸਿੰਘ ਜੀ ਤੋਂ ਲਿਖਵਾਈ। ਉਹਨਾਂ ਲੋਕਾਂ ਨੇ ਇਹ ਪ੍ਰਚਾਰ ਕੀਤਾ ਕਿ ਅਸਲ ਵਿੱਚ ਜਿਹੜੀ ਦਮਦਮੀ ਬੀੜ ਹੈ, ਇਹ ਦਮਦਮੀ ਬੀੜ ਉਹ ਨਹੀਂ, ਅਸਲ ਦਮਦਮੀ ਬੀੜ ਉਹ ਹੈ ਜਿਹਦੇ ਵਿੱਚ ਆਦਿ ਸਤਿਗੁਰੂ ਸਾਹਿਬਾਨ ਦੀ ਬਾਣੀ, ਭਾਵ 6 ਸਤਿਗੁਰੂ ਸਾਹਿਬਾਨ ਪਹਿਲੇ ਔਰ 7ਵੇਂ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ, ਇਹਨਾਂ ਦੀ ਬਾਣੀ ਨੂੰ ਇਕੱਠੀ ਕਰਕੇ ਇੱਕ ਸੰਚਾ ਤਿਆਰ ਕਰ ਲਿਆ ਜਾਵੇ। ਔਰ ਇਹ ਹੀ ਉਹ ਪਵਿੱਤਰ ਬੀੜ ਹੈ ਜਿਸ ਨੂੰ ਸਤਿਗੁਰੂ ਜੀ ਨੇ ਮਾਨਤਾ ਦਿੱਤੀ ਹੈ। ਇਸ ਤਰ੍ਹਾਂ ਦਾ ਵਾਵੇਲਾ ਵੀ ਚੱਲਿਆ। ਵੱਖ-ਵੱਖ ਸਮੇਂ 'ਤੇ ਟਰੈਕਟ ਛਪਦੇ ਰਹੇ, ਕਿਤਾਬਾਂ ਛਪਦੀਆਂ ਰਹੀਆਂ। ਇੱਕ ਟਰੈਕਟ ਛਪਿਆ, ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਔਰ ਉਹਦਾ ਵੀ ਨਿਸ਼ਚਾ ਇਹੀ ਸੀ ਕਿ ਭਗਤ ਬਾਣੀ, ਭੱਟ ਬਾਣੀ ਆਦਿਕ ਬਾਣੀਆਂ ਜਿਹੜੀਆਂ ਨੇ ਇਹ ਗੁਰਬਾਣੀ ਨਹੀਂ। ਮੇਰਾ ਇਹ ਸਿਰਫ ਅਰਜ਼ ਕਰਨ ਤੋਂ ਭਾਵ ਇਹ ਸੀ ਕਿ ਜਿਹੜੇ ਲੋਕ ਦਸਮ ਦੀ ਬਾਣੀ ਦਾ ਖੰਡਨ ਕਰਦੇ ਨੇ, ਅਸਲ ਵਿੱਚ ਉਹਨਾਂ ਦਾ ਨਿਸ਼ਾਨਾ ਦਸਮ ਬਾਣੀ ਨਹੀਂ, ਉਹਨਾਂ ਦਾ ਨਿਸ਼ਾਨਾ ਆਦਿ ਬਾਣੀ ਹੈ। ਉਹਨਾਂ ਦਾ ਨਿਸ਼ਾਨਾ ਸਿੱਖੀ ਦੀਆਂ ਮਾਨਤਾਵਾਂ ਹੈ, ਉਹਨਾਂ ਦਾ ਨਿਸ਼ਾਨਾ ਸਿੱਖੀ ਦੀ ਮਰਿਆਦਾ ਹੈ,
ਔਰ ਉਹਨਾਂ ਦਾ ਸਿੱਧਾ ਸਿੱਧਾ ਨਿਸ਼ਾਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੁਆਰਾ ਸਜਾਇਆ ਗਿਆ ਇਹ ਖਾਲਸਾ ਪੰਥ ਹੈ। ਕਿਉਂਕਿ ਜਦੋਂ ਕਿਸੇ ਵੀ ਗ੍ਰੰਥ ਨੂੰ ਚੈਲੰਜ ਕੀਤਾ ਜਾਂਦਾ ਹੈ, ਉਹਦੀ ਇੱਕ ਗੱਲ ਨੂੰ ਝੂਠਿਆਂ ਕਰਕੇ, ਗਲਤ ਸਾਬਤ ਕਰਕੇ ਲੋਕ ਉਸ ਸਾਰੇ ਕੇਸ ਨੂੰ ਪੋਲਾ ਕਰ ਦਿੰਦੇ ਨੇ, ਔਰ ਉਹਦੇ ਨਾਲ ਲੋਕਾਂ ਨੂੰ ਇਸ ਗੱਲ ਦਾ ਉਤਸ਼ਾਹ ਮਿਲ ਜਾਂਦਾ ਹੈ, ਵਿਰੋਧੀਆਂ ਨੂੰ ਉਤਸ਼ਾਹ ਮਿਲਦਾ ਹੈ ਕਿ ਲਓ ਜੀ, ਜੇ ਇਹ ਗੱਲ ਝੂਠੀ ਹੈ, ਇਹ ਗੱਲ ਠੀਕ ਨਹੀਂ, ਤੇ ਫਿਰ ਆਹ ਵੀ ਗੱਲਾਂ ਠੀਕ ਨਹੀਂ। ਸਾਰੀਆਂ ਗੱਲਾਂ ਨੂੰ ਖੰਡਨ ਕਰਨ ਦਾ ਮੌਕਾ ਮਿਲਦਾ ਹੈ। ਇਸ ਵਾਸਤੇ ਉਹਨਾਂ ਦਾ ਇਹ ਜਿਹੜਾ ਉਪਰਾਲਾ ਹੈ, ਉਹਨਾਂ ਦਾ ਇਹ ਕੁਯਤਨ ਜਿਹੜਾ ਹੈ, ਉਹ ਅਸਲ ਵਿੱਚ ਸਿੱਖੀ ਨੂੰ ਨੇਸਤੋ ਨਾਬੂਦ ਕਰਨ ਵਾਸਤੇ ਹੈ। ਸਮੇਂ ਸਮੇਂ 'ਤੇ ਵੱਖਰੀਆਂ ਵੱਖਰੀਆਂ ਸੰਪਰਦਾਵਾਂ ਵੱਲੋਂ, ਵੱਖਰੇ ਵੱਖਰੇ ਮਹਾਂਪੁਰਸ਼ਾਂ ਵੱਲੋਂ ਦਸਮ ਬਾਣੀ ਦੇ ਪੱਖ ਵਿੱਚ ਕੇਵਲ ਦਲੀਲਾਂ ਨਹੀਂ ਦਿੱਤੀਆਂ ਗਈਆਂ, ਉਹਨਾਂ ਨੇ ਯਤਨ ਕਰਕੇ ਇਸ ਬਾਣੀ ਦਾ ਪ੍ਰਚਾਰ ਕੀਤਾ, ਪ੍ਰਸਾਰ ਕੀਤਾ, ਔਰ ਆਪ ਉਸ ਗੁਰਬਾਣੀ ਦੇ ਵੱਡੇ ਨਿਤਨੇਮੀ ਰਹੇ। ਜਦੋਂ ਆਪਾਂ ਜ਼ਿਕਰ ਕਰਦੇ ਹਾਂ ਸਤਿਕਾਰਯੋਗ ਅਮਰ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਭਾਈ ਮਨੀ ਸਿੰਘ ਜੀ ਉਹ ਮਹਾਨ ਹਸਤੀ ਨੇ ਜਿਨ੍ਹਾਂ ਦਾ ਲੰਬਾ ਸਮਾਂ ਸਤਿਗੁਰੂ ਚਰਨਾਂ ਵਿੱਚ ਬਤੀਤ ਹੋਇਆ। ਮੈਂ ਇੱਕ ਅਰਜ਼ ਕਰ ਦੇਣੀ ਚਾਹਾਂਗਾ ਕਿ ਜਿਹੜਾ ਸ਼੍ਰੇਅ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਪ੍ਰਾਪਤ ਹੋਇਆ, ਉਹ ਸ਼੍ਰੇਅ ਪਹਿਲਾਂ ਭਾਈ ਗੁਰਦਾਸ ਜੀ ਨੂੰ ਜਿਹੜਾ ਹੈ ਉਹ ਪ੍ਰਾਪਤ ਹੋਇਆ। ਭਾਈ ਗੁਰਦਾਸ ਜੀ ਤੀਸਰੇ ਪਾਤਸ਼ਾਹ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਵੇਲੇ ਗੁਰੂ ਦਰਬਾਰ ਵਿੱਚ ਹਾਜ਼ਰ ਹੁੰਦੇ ਨੇ, ਚੌਥੇ ਪਾਤਸ਼ਾਹ ਵੇਲੇ ਰਹਿੰਦੇ ਨੇ, ਪੰਜਵੇਂ ਪਾਤਸ਼ਾਹ ਵੇਲੇ ਰਹਿੰਦੇ ਨੇ, ਔਰ ਉਹਨਾਂ ਦਾ ਸਰੀਰ ਜਿਹੜਾ ਹੈ ਉਹ ਛੇਵੇਂ ਪਾਤਸ਼ਾਹ ਵੇਲੇ ਛੁੱਟਦਾ। ਭਾਵ ਚਾਰ ਪਾਤਸ਼ਾਹੀਆਂ ਦਾ ਉਹ ਪਿਆਰ ਮਾਣਦੇ ਨੇ, ਉਹਨਾਂ ਦੀ ਦਰ ਤੋਂ ਉਹਨਾਂ ਨੂੰ ਸਿੱਖੀ ਦੀ ਪ੍ਰਾਪਤੀ ਹੁੰਦੀ ਹੈ, ਔਰ ਉਹ ਸਿੱਖੀ ਦਾ ਪ੍ਰਚਾਰ ਕਰਦੇ ਨੇ। ਔਰ ਦੂਸਰੀ ਇਹ ਮਹਾਨ ਹਸਤੀ ਨੇ ਭਾਈ ਮਨੀ ਸਿੰਘ ਜੀ। ਭਾਈ ਮਨੀ ਸਿੰਘ ਜੀ ਉਹ ਹਸਤੀ ਨੇ ਜਿਹੜੇ ਸੱਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਜੀ ਦੇ ਵੇਲੇ ਗੁਰੂ ਦਰਬਾਰ ਵਿੱਚ ਆਉਂਦੇ ਨੇ। ਬਾਲ ਅਵਸਥਾ ਸੀ, 13 ਕੁ ਸਾਲ ਦੀ ਉਮਰ ਦੇ ਵਿੱਚ ਉਹ ਸਤਿਗੁਰਾਂ ਦੇ ਚਰਨਾਂ ਵਿੱਚ ਆਏ। ਗੁਰੂ ਹਰਿਰਾਏ ਸਾਹਿਬ ਦੇ ਵੇਲੇ ਉਹ ਸਤਿਗੁਰਾਂ ਦੇ ਦਰਬਾਰ 'ਚ ਰਹੇ, ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵੇਲੇ ਰਹੇ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਵੇਲੇ ਰਹੇ, ਔਰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਉਹਨਾਂ ਨੂੰ ਹਜ਼ੂਰੀ ਸੇਵਕ ਹੋਣ ਦਾ ਮਾਣ ਹਾਸਲ ਹੋਇਆ। ਉਹ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦੇ ਲਿਖਾਰੀ ਵੀ ਨੇ, ਉਸ ਵੇਲੇ ਦੇ ਉਹ ਪ੍ਰਮੁੱਖ ਉਪਦੇਸ਼ਕ ਵੀ ਨੇ। ਉਹਨਾਂ ਦੀਆਂ ਲਿਖਤਾਂ ਪੁਰਾਤਨ ਜਿਹੜੀਆਂ ਨੇ ਉਹ ਅੱਜ ਵੀ ਸਾਨੂੰ ਉਪਲਬਧ ਹੁੰਦੀਆਂ ਨੇ। ਔਰ ਉਹ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਜਿਨ੍ਹਾਂ ਨੇ ਬੰਦ ਕਟਵਾਇਆ ਔਰ ਖਿੜੇ ਮੱਥੇ ਸ਼ਹਾਦਤ ਦਾ ਜਾਮ ਪੀਤਾ, ਉਹ ਭਾਈ ਮਨੀ ਸਿੰਘ ਜੀ ਨੇ ਜਿਹੜੀ ਪਵਿੱਤਰ ਬੀੜ ਆਪਣੇ ਹਸਤ ਕਮਲਾਂ ਨਾਲ ਲਿਖੀ, ਉਹ ਬੀੜ ਅੱਜ ਵੀ ਮੌਜੂਦ ਹੈ। ਔਰ ਉਸ ਬੀੜ ਵਿੱਚ ਆਦਿ ਬਾਣੀ, ਦਸਮ ਬਾਣੀ, ਦੋਵੇਂ ਬਾਣੀਆਂ ਜਿਹੜੀਆਂ ਨੇ, ਦੋਵੇਂ ਬੀੜਾਂ ਜਿਹੜੀਆਂ ਨੇ, ਦੋਵੇਂ ਸੰਚੇ ਇਕੱਠੇ ਕੀਤੇ ਹੋਏ ਨੇ, ਔਰ ਉਹਦੇ ਵਿੱਚ ਸਾਰੀ ਦੀ ਸਾਰੀ ਬਾਣੀ ਹੈ। ਜਿਹੜੇ ਲੋਕ ਦਸਮ ਬਾਣੀ 'ਤੇ ਕਿੰਤੂ ਪ੍ਰੰਤੂ ਕਰਦੇ ਨੇ, ਉਹਨਾਂ ਨੂੰ ਇਸ ਗੱਲ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਉਹ ਕੇਵਲ ਤੇ ਕੇਵਲ ਤ੍ਰਿਆ ਚਰਿੱਤਰ 'ਤੇ ਹੀ ਕਿੰਤੂ ਪ੍ਰੰਤੂ ਨਹੀਂ ਕਰ ਰਹੇ, ਉਹ ਕੇਵਲ ਤੇ ਕੇਵਲ ਦਸਮ ਬਾਣੀ 'ਤੇ ਕਿੰਤੂ ਪ੍ਰੰਤੂ ਨਹੀਂ ਕਰ ਰਹੇ, ਉਹ ਇਸ ਦੇ ਨਾਲ ਦੀ ਨਾਲ ਉਹਨਾਂ ਮਹਾਨ ਮਹਾਂਪੁਰਸ਼ਾਂ, ਉਹਨਾਂ ਮਹਾਨ ਸ਼ਹੀਦਾਂ, ਉਹਨਾਂ ਮਹਾਨ ਗੁਰੂ ਦੇ ਪਿਆਰਿਆਂ ਦੀ ਵੀ ਬੇਅਦਬੀ, ਬੇਹੁਰਮਤੀ ਕਰ ਰਹੇ ਹਨ। ਕਿਉਂਕਿ ਉਹ ਜਦੋਂ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਸਮਝਦੇ ਨੇ, ਔਰ ਇੰਨੀਆਂ ਮਹਾਨ ਹਸਤੀਆਂ ਜਿਹੜੇ ਗੁਰੂ ਕੇ ਪ੍ਰਵਾਨਿਤ ਸਿੱਖ ਨੇ, ਉਹਨਾਂ ਨੂੰ ਉਹ ਆਪਣੇ ਨਾਲੋਂ ਛੋਟਾ ਸਮਝਦੇ ਨੇ, ਇਸ ਤੋਂ ਵੱਡੀ ਬੇਅਦਬੀ, ਬੇਹੁਰਮਤੀ ਹੋਰ ਕੀ ਹੋ ਸਕਦੀ ਹੈ। ਦੂਸਰਾ ਨੰਬਰ ਆਉਂਦਾ ਹੈ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ। ਬਾਬਾ ਦੀਪ ਸਿੰਘ ਜੀ ਨੇ ਦਸਮ ਦੀਆਂ ਬੀੜਾਂ ਜਿਹੜੀਆਂ ਨੇ ਉਹ ਆਪਣੇ ਹਸਤ ਕਮਲਾਂ ਨਾਲ ਲਿਖੀਆਂ। ਬਾਬਾ ਦੀਪ ਸਿੰਘ ਜੀ ਉਹ ਮਹਾਂਪੁਰਸ਼ ਨੇ ਜਿਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਆਜ਼ਾਦੀ ਵਾਸਤੇ
ਉਸ ਦੀ ਬੇਹੁਰਮਤੀ ਨਾ ਸਹਾਰਦਿਆਂ ਹੋਇਆਂ ਕੇਵਲ ਆਪਣਾ ਸੀਸ ਹੀ ਨਹੀਂ ਦਿੱਤਾ, ਦੁਨੀਆ ਦੇ ਵਿੱਚ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਕਿ ਉਹ ਸਿਰ ਆਪਣਾ ਤਲੀ ਦੇ ਉੱਤੇ ਧਰ ਕੇ ਮੈਦਾਨੇ ਜੰਗ ਵਿੱਚ ਲੜੇ ਔਰ ਆਪਣੀ ਥੋੜ੍ਹੀ ਜਿਹੀ ਸੈਨਾ ਦੇ ਨਾਲ, ਥੋੜ੍ਹੇ ਜਿਹੇ ਸਿੱਖਾਂ ਦੇ ਜਥੇ ਨਾਲ ਹੀ ਇੱਕ ਵੱਡੀ ਸੈਨਾ, ਸਮੇਂ ਦੀ ਜਿਹੜੀ ਸੈਨਾ ਸੀ, ਉਸ ਨੂੰ ਉਹਨਾਂ ਨੇ ਭਾਂਜ ਦਿੱਤੀ ਔਰ ਸ੍ਰੀ ਦਰਬਾਰ ਸਾਹਿਬ ਦੀ ਸਾਰੀ ਥਾਂ ਜਿਹੜੀ ਸੀ ਉਹ ਖਾਲੀ ਕਰਵਾਈ। ਉਸ ਮਹਾਨ ਸ਼ਹੀਦ ਉੱਤੇ, ਉਸ ਮਹਾਨ ਤੱਤਵੇਤਾ ਪੁਰਸ਼ ਉੱਤੇ ਵੀ ਅਸੀਂ ਦੋਸ਼ ਲਾ ਰਹੇ ਹਾਂ, ਉਹਨਾਂ ਵੱਲ ਵੀ ਉਂਗਲ ਕਰ ਰਹੇ ਹਾਂ ਜੇ ਅਸੀਂ ਦਸਮ ਬਾਣੀ 'ਤੇ ਕਿੰਤੂ ਕਰਦੇ ਹਾਂ। ਕਿਉਂਕਿ ਬਾਬਾ ਦੀਪ ਸਿੰਘ ਜੀ ਦਾ ਅੱਜ ਵੀ ਇੱਕ ਗੁਟਕਾ ਮਿਲਦਾ ਹੈ ਜਿਹਦੇ ਤੋਂ ਮੰਨਿਆ ਜਾਂਦਾ ਹੈ ਕਿ ਉਹ ਉਹਨਾਂ ਦਾ ਨਿੱਜੀ ਗੁਟਕਾ ਹੈ। ਉਹਦੇ ਵਿੱਚ ਦਸਮ ਦੀਆਂ ਬਾਣੀਆਂ ਜਿਹੜੀਆਂ ਨੇ ਉਹ ਸ਼ਾਮਲ ਨੇ, ਲਿਖੀਆਂ ਹੋਈਆਂ ਨੇ। ਤੋ ਜਿਸ ਬਾਣੀ ਵਿੱਚੋਂ ਇੰਨੀ ਵੱਡੀ ਸ਼ਕਤੀ ਪ੍ਰਾਪਤ ਹੋਈ, ਜਿਸ ਬਾਣੀ 'ਚੋਂ ਇੰਨਾ ਵੱਡਾ ਆਸ਼ਾ ਪ੍ਰਾਪਤ ਹੋਇਆ, ਜਿਸ ਬਾਣੀ ਦੇ ਆਦਰਸ਼ ਨੂੰ ਕਾਇਮ ਰੱਖਦਿਆਂ ਹੋਇਆਂ ਗੁਰੂ ਕੇ ਇਹਨਾਂ ਮਹਾਨ ਸ਼ਹੀਦਾਂ ਨੇ ਇਤਿਹਾਸ ਨੂੰ ਉਲਟਾ ਕੇ ਰੱਖ ਦਿੱਤਾ ਕਿ ਉਹਨਾਂ ਉੱਤੇ ਕਿੰਤੂ ਪ੍ਰੰਤੂ ਕਰਨਾ, ਕਿ ਉਹਨਾਂ ਦਾ ਖੰਡਨ ਕਰਨਾ ਇੱਕ ਮਹਾ ਪਾਪ ਨਹੀਂ ਤਾਂ ਹੋਰ ਕੀ ਹੈ? ਇਹ ਸਭ ਤੋਂ ਵੱਡਾ ਪਾਪ ਹੈ। ਜੇ ਅਸੀਂ ਅਰਦਾਸ ਦੀ ਗੱਲ ਕਰੀਏ, ਸਿੱਖੀ ਮਾਨਤਾਵਾਂ ਦੀ ਗੱਲ ਕਰੀਏ, ਤੋ ਸਤਸੰਗੀ ਜਨੋਂ, ਅੰਮ੍ਰਿਤ ਦੀਆਂ 5 ਬਾਣੀਆਂ ਦੇ ਵਿੱਚੋਂ ਜਿਹੜੀਆਂ 3 ਬਾਣੀਆਂ ਨੇ ਉਹ ਦਸਮ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਨੇ, ਜਿਹਦੇ ਵਿੱਚੋਂ ਸੁਦਾ ਸਵਈਏ ਜਿਹੜੇ ਨੇ, ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਧ ਸੁਦਾਦਿਕ ਸੰਤ ਸਮੂਹ ਅਨੇਕ ਮਤੀ ਕੇ, ਇਹ 10 ਸਵਈਏ ਜਿਹੜੇ ਨੇ ਇਹ ਅਕਾਲ ਉਸਤਤ ਵਿੱਚ ਦਰਜ ਨੇ। ਔਰ ਦੂਸਰੇ ਪਾਸੇ ਜਿਹੜੀ ਚੌਪਈ ਹੈ, ਇਹ ਚੌਪਈ ਉਸੇ ਬਾਣੀ ਦਾ ਹਿੱਸਾ ਹੈ ਜਿਸ ਨੂੰ ਤ੍ਰਿਆ ਚਰਿੱਤਰ ਆਖਿਆ ਜਾਂਦਾ ਜਾਂ ਚਰਿੱਤਰੋਪਖਿਆਨ ਆਖਿਆ ਜਾਂਦਾ। ਉਸ ਦੇ ਅਖੀਰ ਵਿੱਚ ਪਾਤਸ਼ਾਹ ਗਰੀਬ ਨਵਾਜ ਜੀ ਆਪਣੇ ਵੱਲੋਂ ਇਹ ਬਚਨ ਕਰਦੇ ਨੇ, ਕਬਿਓ ਬਾਚ ਬੇਨਤੀ ਚੌਪਈ। ਆਪਣੇ ਆਪ ਨੂੰ ਉਹ ਕਵੀ ਲਿਖ ਕੇ ਤੇ ਅਕਾਲ ਪੁਰਖ ਪਰਮੇਸ਼ਰ ਨੂੰ ਬੇਨਤੀ ਕਰਦੇ ਨੇ। ਉਹ ਬੇਨਤੀ ਵੀ ਕੈਸੀ ਹੈ ਕਿ ਹਮਰੀ ਕਰੋ ਹਾਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਿਪਾਰਾ। ਹਮਰੇ ਦੁਸ਼ਟ ਸਭੈ ਤੁਮ ਘਾਵਹੋ, ਆਪ ਹਾਥ ਦਾ ਮੋਹ ਬਚਾਵਹੋ। ਤੇ ਅੱਗੇ ਕੀ ਕਹਿੰਦੇ ਨੇ ਕਿ ਆਪ ਹਾਥ ਦਾ ਮੋਹ ਬਚਾਵਹੋ, ਸੁਖੀ ਬਸੈ ਮੋਰੋ ਪਰਿਵਾਰਾ, ਮੇਰਾ ਪਰਿਵਾਰ ਸੁਖੀ ਵਸੇ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਆਪਣਾ ਪਰਿਵਾਰ ਤੇ ਉਹ ਵਾਰਨ ਦੀ ਠਾਰ ਨਹੀਂ ਬੈਠੇ ਨੇ। ਉਹ ਕਿਹੜਾ ਪਰਿਵਾਰ ਹੈ, ਉਸ ਦਾ ਜ਼ਿਕਰ ਪਾਤਸ਼ਾਹ ਅਗਲੀ ਤੁਕ ਵਿੱਚ ਕਰਦੇ ਨੇ, ਸੇਵਕ ਸਿੱਖ ਸਭੈ ਕਰਤਾਰਾ। ਇਹ ਹੁਣ ਕੋਈ ਕਵੀ ਤੇ ਕਹਿ ਨਹੀਂ ਸਕਦਾ, ਦੁਨਿਆਵੀ ਬੰਦਾ ਤੇ ਇਹ ਕਹਿ ਨਹੀਂ ਸਕਦਾ ਕਿ ਮੇਰਾ ਪਰਿਵਾਰ, ਸੇਵਕ ਸਿੱਖ ਜਿਹੜੇ ਨੇ ਇਹ ਮੇਰਾ ਪਰਿਵਾਰ ਹੈ। ਇਹ ਗੱਲ ਕੋਈ ਕਵੀ ਨਹੀਂ ਕਹਿ ਸਕਦਾ, ਦੁਨਿਆਵੀ ਬੰਦਾ ਨਹੀਂ ਕਹਿ ਸਕਦਾ। ਕਿਸੇ ਦੇ ਪੁੱਤਰਾਂ ਨੂੰ ਆਪਣਾ ਬਣਾਉਣ ਦੀ ਹਿੰਮਤ ਇਹ ਸਿਰਫ ਤੇ ਸਿਰਫ ਸਤਿਗੁਰੂ ਵਿੱਚ ਹੀ ਹੋ ਸਕਦੀ ਹੈ। ਹੋਰ ਦੁਨੀਆ ਦੀ ਕੋਈ ਤਾਕਤ ਨਹੀਂ ਕਰ ਸਕਦੀ, ਮਨੁੱਖ ਨਹੀਂ ਕਰ ਸਕਦਾ। ਮਨੁੱਖ ਦਾ ਸੁਭਾਅ ਤੇ ਇਹ ਹੁੰਦਾ ਹੈ ਕਿ ਸਤਸੰਗੀ ਜਨੋਂ, ਜਿਸ ਤਰ੍ਹਾਂ ਹਨੇਰੇ ਵਿੱਚ ਬੈਠਾ ਹੋਇਆ ਬੰਦਾ ਵੀ ਜੇ ਪ੍ਰਸ਼ਾਦਾ ਛਕਦਾ ਹੋਵੇ ਤੇ ਉਸ ਦੀ ਬੁਰਕੀ ਜਿਹੜੀ ਹੈ ਹਨੇਰੇ ਵਿੱਚ ਵੀ ਉਹਦੇ ਮੂੰਹ ਵੱਲ ਨੂੰ ਜਾਂਦੀ ਹੈ, ਕਦੀ ਕੰਨ ਵੱਲ ਨੂੰ ਨਹੀਂ ਜਾਂਦੀ। ਇਸੇ ਤਰ੍ਹਾਂ ਉਹ ਭਾਵੇਂ ਧਰਮ ਕਰਕੇ ਕਰੇ, ਭਾਵੇਂ ਅਧਰਮ ਕਰਕੇ ਕਰੇ, ਜੋ ਕੁਝ ਖੱਟ ਕਮਾ ਕੇ ਲਿਆਉਂਦਾ, ਭਾਵੇਂ ਪੁੱਤਰ ਧੀਆਂ ਨਲਾਇਕ ਹੀ ਹੋਣ ਉਹਨਾਂ ਵਾਸਤੇ ਕਰਦਾ, ਕਦੀ ਕਿਸੇ ਦੇ ਬਗਾਨੇ ਪੁੱਤਰਾਂ ਵਾਸਤੇ ਵੀ ਕੋਈ ਕਰਦਾ ਵੇਖਿਆ? ਕੋਈ ਨਹੀਂ ਕਰਦਾ। ਇਹ ਕੇਵਲ ਤੇ ਕੇਵਲ ਸਤਿਗੁਰੂ ਕਰ ਸਕਦਾ, ਜਿਸ ਦਾ ਸਾਰਾ ਸੰਸਾਰ ਹੀ ਪਰਿਵਾਰ ਹੈ, ਕਿਉਂਕਿ ਉਹ ਅਕਾਲ ਪੁਰਖ ਦਾ ਸਰੂਪ ਹੈ। ਉਹਨੂੰ ਅਕਾਲ ਪੁਰਖ ਪਾਤਸ਼ਾਹ ਇਹ ਹੁਕਮ ਕਰਦੇ ਨੇ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪ੍ਰਚੁਰ ਕਰਬੇ ਕੋ ਸਾਜਾ। ਇਹ ਉਹ ਹੀ ਸਤਿਗੁਰੂ ਕਹਿ ਸਕਦਾ ਜਿਨ੍ਹਾਂ ਨੇ ਹੱਥ ਜੋੜ ਕੇ ਇਹ ਬੇਨਤੀ ਕੀਤੀ ਹੈ ਕਿ ਗਰੀਬ ਨਵਾਜ ਸੱਚੇ ਪਾਤਸ਼ਾਹ, ਠਾੜ ਭਇਓ ਮੈਂ ਜੋਰ ਕਰ, ਬਚਨ ਕਹਾ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਹੋਤ ਸਹਾਏ।
जब तुम करो सहाय, जदों तेरी सहायता होवेगी ये पंथ तां चल सकदा है। तेरी सहायता तो बिना, तेरी बख्शिश तो बिना, तेरी रहमत तो बिना ये नहीं चल सकता। कैसी बेमिसाल गल है। तो सतगुरु सच्चे पातशाह जी उत्थे ये बचन करते हैं और इसे चौपाई दे विच ही सतगुरु सच्चे पातशाह अकाल पुरख की सिफत करते हैं। अकाल पुरख बारे उन्हां दे अपने विचार की ने, अकाल पुरख कैसा है। सतगुरु जी कहते हैं कि वो अकाल पुरख परमेश्वर जिहड़ा है, हे अकाल पुरख तेरी महिमा तेरी कथा अगाध बोध है, उसनूं क्या नहीं जा सकता। संसार के लोगों की तो ये हालत है कि महादेव को कहत सदा सेव, निरंकार का चीनत नह पेव। आप अपनी बुद्ध है जेती, वर्णत भिन्न भिन्न तुहे तेती। तुमरा लखा न जाहे पसारा, किह बिद सजा प्रथम संसारा। एक रूप अनूप स्वरूपा, रंक भयो राव कही भूपा। आप ही तू रंक बन जाना, आप ही तू गरीब बन जाना, आप ही कदी राजा बन जाना। कहू फूल राजा होया बैठा, कहूँ सिमट कबहू सिमट भयो शंकर इकैठा। कदी तू एक रूप हो जाना, कदी तू बहुत स्वरूपों च विचरना है। ये तेरी रजा है। पर संसार के लोग सदा शिव भाव शिव नूं ही वो महादेव नूं ही परमेश्वर कहते हैं। सदा शिव तो भाव है इत्थे सदा कल्याणकारी परमेश्वर। तेरा नाम जपण की बजाय कोई शिव जी की भगती कर रहा है। हुण संसार के लोग जिहड़े किंतु परंतु करन वाले ने वो कहते हैं कि दसम बाणी दे विच ते केवल देवी देवतियां की उस्तत है, इस तो वध होर कुछ भी नहीं। देवी की उस्तत है जी, देवी की उस्तत है। मैं अर्ज कर दिया कि सतसंगी जनों, जदों आपां चंडी दी वार दा पाठ करते हैं, असी नामधारी भागां वाले ने जिन्हां नूं ये सुभाग सतगुरु राम सिंह सच्चे पातशाह जी के हुक्म अनुसार प्राप्त होया कि बहु गिणती नामधारी सिंह जिहड़े ने, बीबियां जिहड़ियां ने, वो चंडी दी वार दा पाठ करते हैं। और उस चंडी दी वार दे विच उहदे ते सब तो वड्डा किंतु ये कीता जांदा है कि ये अरदास नहीं खालसे दी हो सकती, क्योंकि इहदे च भगवती दी उस्तत है, इहदे च ते देवी दी उस्तत है। बार बार ये गल कही जाती है। पर जदों सतसंगी जनों असीं उस पवित्र बाणी नूं पढ़दे हां ते उस दी व्याख्या नूं वेखदे हां, उहनूं डूंघाई नाल वेखदे हां ते कुछ होर निकलदा है, ਉਹਦੇ ਵਿੱਚੋਂ कुछ होर प्राप्ति ਹੁੰਦੀ है। प्राप्ति की है? सब तो पहली गल तो यह है कि सतगुरु सच्चे पातशाह ये फरमान करते हैं कि एक ओंकार वाहिगुरू जी की फतह। हुण सब तो पहला परमेश्वर की सिफत है, परमेश्वर की फतेह की गल है, परमेश्वर का जिक्र है। इत्थे दूजा कोई है ही नहीं। मैं एक अर्ज कर दियाँ कि सतगुरु सच्चे पातशाह जी ने बचित्र नाटक में एक बचन किया है। सतगुरु जी कहते हैं भई जीत मेरी कृपा काल केरी। परमेश्वर की सिफत है, परमेश्वर ने कृपा की है। हुण इत्थे काल का अर्थ कालका ते बनाया नहीं जा सकता, ना वाम मार्गियां वाला महाकाल ही बनाया जा सकता है। क्यों नहीं बनाया जा सकता, मैं ये बारे अर्ज कर दिना कि सतसंगी जनों उत्थे जाके पातशाह लिखते हैं श्री भगवती जी सहाय। भाई साहब भाई कान सिंह नाभा होरां ने, बेशक भाई कान सिंह नाभा होरी पूर्ण रूप विच दसम दे पक्षी नहीं, बहुत सारियां थावां ते उन्होंने इस दे बारे जिक्र किया है। वो इस तरह का जिक्र भी करते हैं, वो असिद्धे रूप च वार करते हैं। वो इस तरह के शब्द आखते हैं कि जिहड़ा कोई पाठ दे के तो वो लिखते हैं कि ये अनजान लिखारी की गलती सदका ये शब्द बनया होया। इस तरह का शब्द भी लिखते हैं। वो इस तरह के शब्द भी लिखते हैं कि बहुत सारे मन मौजियां ने इस दे विच बाणियां नूं वधा दिता। और एक होर गल करते हैं, जिहड़ा उन्होंने दो ग्रंथ लिखे, एक है गुरमत प्रभाकर ते एक है गुरमत सुधाकर। गुरमत प्रभाकर जिहड़ा है ਇਹਦੇ ਵਿੱਚ ਕੀ ਹੈ कि आद बाणी जिहड़ी है वो ਵੱਖ-ਵੱਖ विषयां ते उन्होंने एकत्र की है गुरमत प्रभाकर विच।
ਔਰ ਜਿਹੜਾ ਗੁਰਮਤਿ ਸੁਧਾਕਰ ਹੈ, ਸੁਧਾਕਰ ਜਿਹੜਾ ਹੈ ਉਹ ਨਾਮ ਹੈ ਚੰਦਰਮਾ ਦਾ, ਪ੍ਰਭਾਕਰ ਨਾਮ ਹੈ ਸੂਰਜ ਦਾ। ਸੁਧਾਕਰ ਭਾਵ ਚੰਦਰਮਾ ਜਿਹੜਾ ਹੈ, ਇਹਦੀਆਂ 16 ਕਲਾ ਮੰਨੀਆਂ ਜਾਂਦੀਆਂ ਨੇ। ਔਰ 16 ਕਲਾ ਦੇ ਅਨੁਸਾਰ ਕਾਨ ਸਿੰਘ ਨਾਭਾ ਹੋਰਾਂ ਨੇ ਕੀ ਕੀਤਾ ਕਿ 16 ਗ੍ਰੰਥਾਂ ਦਾ ਜ਼ਿਕਰ ਕੀਤਾ। ਉਹਦੇ ਵਿੱਚ ਵੱਖ-ਵੱਖ ਪ੍ਰਮਾਣ 16 ਗ੍ਰੰਥਾਂ 'ਚੋਂ ਲਏ ਨੇ, ਇਸ ਵਾਸਤੇ ਉਹਦਾ ਨਾਮ ਉਹਨਾਂ ਨੇ ਸੁਧਾਕਰ ਰੱਖਿਆ। ਤੋ ਸਤਸੰਗੀ ਜਨੋ, ਉਹ ਕੀ ਕਰਦੇ ਨੇ ਕਿ ਉਹਨਾਂ ਨੇ ਆਦਿ ਬਾਣੀ ਜਿਹੜੀ ਹੈ ਉਹ ਗੁਰਮਤਿ ਪ੍ਰਭਾਕਰ ਵਿੱਚ ਰੱਖੀ ਹੈ। ਜੇ ਪੂਰਨ ਰੂਪ ਵਿੱਚ ਮੰਨਦੇ ਹੁੰਦੇ ਤੇ ਲਾਜ਼ਮੀ ਗੱਲ ਸੀ ਕਿ ਉਹ ਗੁਰਮਤਿ ਪ੍ਰਭਾਕਰ ਦੇ ਵਿੱਚ ਦਸਮ ਬਾਣੀ ਨੂੰ ਵੀ ਰੱਖਦੇ, ਪਰ ਦਸਮ ਬਾਣੀ ਨੂੰ ਉਹਨਾਂ ਨੇ ਸੁਧਾਕਰ 'ਚ ਰੱਖਿਆ। ਕਿਉਂ ਰੱਖਿਆ? ਕਿਉਂਕਿ ਅਸਲ ਵਿੱਚ ਉਹ ਬਹੁਤ ਸਾਰੀਆਂ ਉਹਨਾਂ ਲੋਕਾਂ ਨਾਲ ਸਾਂਝਾਂ ਸਨ। ਮੈਂ ਇਸ ਪਾਸੇ ਨਹੀਂ ਜਾਵਾਂਗਾ। ਮੈਂ ਕੇਵਲ ਇਹ ਅਰਜ਼ ਕਰ ਰਿਹਾ ਸਾਂ ਕਿ ਉਹ ਭਾਵੇਂ ਜਿਸ ਤਰ੍ਹਾਂ ਮਰਜ਼ੀ ਵੀ ਹੈ, ਉਹ ਇੱਕ ਗੱਲ ਕਰਦੇ ਨੇ, ਜਿੱਥੇ ਭਗਉਤੀ ਦਾ ਅਰਥ ਕਰਦੇ ਨੇ ਨਾ, ਤੇ ਉੱਥੇ ਭਗਉਤੀ ਦਾ ਅਰਥ ਉਹ ਪਰਮੇਸ਼ਰ ਵੀ ਕਰਦੇ ਨੇ। ਮਹਾਨ ਕੋਸ਼ ਦੇ ਵਿੱਚ ਉਹਨਾਂ ਨੇ ਅਰਥ ਭਗਉਤੀ ਦਾ ਪਰਮੇਸ਼ਰ ਕੀਤਾ, ਅਕਾਲ ਪੁਰਖ ਕੀਤਾ। ਇਸ ਵਾਸਤੇ ਸ੍ਰੀ ਭਗਉਤੀ ਜੀ ਸਹਾਇ, ਭਗਉਤੀ ਦੀ ਸਹਾਇਤਾ ਭਾਵ ਪਰਮੇਸ਼ਰ ਦੀ ਸਹਾਇਤਾ। ਹੁਣ ਇੱਕ ਵਿਚਾਰ ਉੱਠੇਗਾ। ਵਿਚਾਰ ਇਹ ਉੱਠਦਾ ਕਿ ਭਗਉਤੀ ਸ਼ਬਦ ਜਿਹੜਾ ਹੈ ਉਹ ਇਸਤਰੀ ਲਿੰਗ ਹੈ, ਪੁਲਿੰਗ ਨਹੀਂ। ਕਿਉਂਕਿ ਭਗਵਤ ਪਰਮੇਸ਼ਰ ਹੈ, ਭਗਵੰਤ ਪਰਮੇਸ਼ਰ ਹੈ, ਤੇ ਭਗਉਤੀ ਜਿਹੜਾ ਹੈ ਇਹ ਇਸਤਰੀ ਲਿੰਗ ਸ਼ਬਦ ਹੈ। ਮੈਂ ਇੱਕ ਅਰਜ਼ ਕਰਦਿਆਂ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਜਿਹੜਾ ਅਕਾਲ ਪੁਰਖ ਹੈ ਨਾ, ਅਕਾਲ ਪੁਰਖ ਕੀ ਹੈ? ਕੀ ਅਕਾਲ ਪੁਰਖ ਪੁਲਿੰਗ ਹੈ? ਕੀ ਉਹ ਪੁਰਖ ਹੈ? ਉਹ ਇਸਤਰੀ ਨਹੀਂ। ਮੈਂ ਅਰਜ਼ ਕਰਦਿਆਂ ਕਿ ਬਹੁਤ ਥਾਵਾਂ ਤੇ ਗੁਰਬਾਣੀ ਵਿੱਚ ਉਸ ਨੂੰ ਇਸਤਰੀ ਲਿੰਗ ਵੀ ਲਿਖਿਆ ਹੋਇਆ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਜਦੋਂ ਉਹ ਮਾਤਾ ਵੀ ਹੈ ਤੇ ਫਿਰ ਉਸ ਨੂੰ ਨਿਰਾ ਦਾ ਨਿਰਾ ਪੁਲਿੰਗ ਵੀ ਨਹੀਂ ਕਿਹਾ ਜਾ ਸਕਦਾ। ਇੰਜ ਕਿਹਾ ਜਾ ਸਕਦਾ ਹੈ ਕਿ ਨਾ ਉਹ ਪੁਲਿੰਗ ਹੈ ਤੇ ਨਾ ਉਹ ਇਸਤਰੀ ਲਿੰਗ ਹੈ। ਇਸ ਦਾ ਜ਼ਿਕਰ ਸਾਹਿਬ ਗੁਰੂ ਕਲਗੀਧਰ ਪਾਤਸ਼ਾਹੀ ਆਪਣੀ ਪਵਿੱਤਰ ਬਾਣੀ 'ਚ ਕਰਦੇ ਨੇ। ਉਹ ਕਹਿੰਦੇ ਨੇ ਕਿ ਨਾ ਨਰ ਹੈ ਨਾ ਨਾਰ ਹੈ। ਉਹਨਾਂ ਨੇ ਆਖਿਆ ਨਾ ਉਹ ਪਰਮੇਸ਼ਰ ਅਕਾਲ ਪੁਰਖ ਜਿਹੜਾ ਉਹ ਨਰ ਹੀ ਹੈ ਤੇ ਨਾ ਉਹ ਨਾਰੀ ਹੀ ਹੈ। ਭਾਵ ਉਹ ਪੁਲਿੰਗ ਤੇ ਇਸਤਰੀ ਲਿੰਗ ਤੋਂ ਉੱਪਰ ਹੈ, ਉਸ ਨੂੰ ਕੁਝ ਵੀ ਕਿਹਾ ਜਾ ਸਕਦਾ। ਔਰ ਬਹੁਤ ਸਾਰੇ ਸ਼ਬਦ ਇਸ ਤਰ੍ਹਾਂ ਦੇ ਗੁਰਬਾਣੀ ਵਿੱਚ ਆਏ ਨੇ ਜਿਨ੍ਹਾਂ ਦੇ ਵਿੱਚੋਂ ਇਹ ਕਿਹਾ ਜਾ ਸਕਦਾ ਹੈ ਕਿ ਉਹ ਅਕਾਲ ਪੁਰਖ ਜਿਹੜਾ ਉਹ ਇਹਨਾਂ ਦੋਹਾਂ ਰੂਪਾਂ ਦੇ ਵਿੱਚ ਹੀ ਵਰਤਦਾ ਹੈ। ਉਹਨੂੰ ਕੋਈ ਪੁਲਿੰਗ ਕਹਿ ਲਵੇ, ਉਹਨੂੰ ਕੋਈ ਤਾਂ ਵੀ ਫਰਕ ਨਹੀਂ ਪੈਂਦਾ। ਜੇ ਉਹਨੂੰ ਕੋਈ ਇਸਤਰੀ ਲਿੰਗ ਕਹਿ ਲਵੇ ਤੇ ਉਹਨੂੰ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਉਹਦੀ ਕਲਾ ਅਗਾਧ ਬੋਧ ਹੈ। ਸਤਸੰਗੀ ਜਨੋ, ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਹੈ, ਦੇਹ ਸਿਵਾ ਬਰ ਮੋਹ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋਂ, ਨਾ ਡਰੋਂ ਅਰਿਸੋਂ ਜਬ ਜਾਏ ਲਰੋਂ, ਨਿਸ਼ਚੈ ਕਰ ਆਪਣੀ ਜੀਤ ਕਰੋਂ, ਅਰ ਸਿਖ ਹੋਂ ਆਪਣੇ ਹੀ ਮਨ ਕੋ, ਲਾਲਚ ਹੋ ਗੁਣ ਤਾਉ ਉਚਰੋਂ, ਜਬ ਆਪ ਕੀਓ ਨਿਦਾਨ ਬਨੈ ਅਤ ਹੀ ਰਨ ਮੈਂ ਤਬ ਜੂਝ ਮਰੋਂ। ਜਦੋਂ ਇਹ ਗੱਲ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਤੇ ਦਸਮ ਬਾਣੀ ਦੇ ਵਿਰੋਧੀ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਨਹੀਂ, ਇਹ ਤਾਂ ਸਿਵਾ ਪਾਠ ਆ ਗਿਆ। ਸਿਵਾ ਸ਼ਬਦ ਜਿਹੜਾ ਹੈ ਉਹ ਤੇ ਇਸਤਰੀ ਲਿੰਗ ਹੈ, ਉਹ ਤਾਂ ਪੁਲਿੰਗ ਹੈ ਨਹੀਂ, ਕਿਉਂਕਿ ਸਿਵ ਹੈ ਤੇ ਉਹਦਾ ਇਸਤਰੀ ਲਿੰਗ ਹੈ ਸਿਵਾ। ਇਸ ਵਾਸਤੇ ਸਿਵਾ ਜਿਹੜੀ ਹੈ ਉਹ ਦੇਵੀ ਹੈ, ਉਹ ਪਰਮੇਸ਼ਰ ਨਹੀਂ ਹੋ ਸਕਦਾ। ਉਹ ਇਹ ਗੱਲ ਕਹਿੰਦੇ ਨੇ। ਪਰ ਜਦੋਂ ਅਸੀਂ ਆਦਿ ਬਾਣੀ ਨੂੰ ਪੜ੍ਹਦੇ ਹਾਂ, ਆਦਿ ਬਾਣੀ ਵਿੱਚ ਇੱਕ ਸ਼ਬਦ ਆਉਂਦਾ ਹੈ ਭਗਤ ਨਾਮਦੇਵ ਜੀ ਦਾ। ਭਗਤ ਨਾਮਦੇਵ ਜੀ ਉੱਥੇ ਜ਼ਿਕਰ ਕਰਦੇ ਨੇ, ਅਸੁਮੇਧ ਜਗਨੇ ਤੁਲਾ ਪੁਰਖ ਦਾਨੇ, ਪ੍ਰਾਗ ਇਸਨਾਨੇ ਤਉ ਨਾ ਪੁੱਜੈ ਹਰ ਕੀਰਤ ਨਾਮਾ, ਆਪਣੇ ਰਾਮ ਮਹਿ ਭਾਜ ਰੇ ਮਨ ਆਲਸੀਆ। ਇਸ ਤਰ੍ਹਾਂ ਦਾ ਬਚਨ ਉਹ ਕਰਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਭਗਤ ਨਾਮਦੇਵ ਜੀ। ਜਦੋਂ ਭਗਤ ਨਾਮਦੇਵ ਜੀ ਇਹ ਸ਼ਬਦ ਦਾ ਜ਼ਿਕਰ ਕਰਦੇ ਨੇ ਤੇ ਇਹਦੇ ਵਿੱਚ ਇੱਕ ਸ਼ਬਦ ਪਾਠ ਆਉਂਦਾ ਹੈ, ਸਿਵਾ ਸਕਤ ਸੰਵਾਦੰ ਮਨ ਛੋੜ ਛੋੜ ਸਗਲ ਭੇਦੰ। ਹੁਣ ਇੱਥੇ ਸਿਵਾ ਸਕਤ ਸੰਵਾਦਿੰਗ ਦੀ ਗੱਲ ਹੈ। ਜਿਹੜੀ ਸਿਵਾ ਸਕਤ ਦੀ ਗੱਲ ਹੈ, ਸਿਵਾ ਤੋਂ ਭਾਵ ਇੱਥੇ ਸ਼ਿਵ ਹੈ ਨਾ ਕਿ ਦੇਵੀ, ਕਿਉਂਕਿ ਸ਼ਕਤੀ ਜਿਹੜਾ ਸ਼ਬਦ ਹੈ ਇਹ ਇਸਤਰੀ ਲਿੰਗ ਹੈ, ਸ਼ਕਤੀ ਹੈ।
ਇੱਥੇ ਸ਼ਕਤੀ ਕੌਣ ਹੈ? ਇੱਥੇ ਸ਼ਕਤੀ ਹੈ ਸ਼ਿਵ ਦੀ ਪਾਰਬਤੀ। ਜਿਹੜੀ ਰਾਮਾਇਣ ਲਿਖੀ ਗਈ, ਰਾਮਾਇਣ ਦਾ ਜਿਹੜਾ ਪ੍ਰਮੁੱਖ ਰੂਪ 'ਚ ਇਹ ਮੰਨਿਆ ਜਾਂਦਾ ਹੈ ਕਿ ਇਹਦੇ ਵਿੱਚ ਪਾਰਬਤੀ ਜਿਹੜੀ ਹੈ ਉਹ ਸਰੋਤਾ ਬਣੀ ਅਤੇ ਭਗਵਾਨ ਸ਼ਿਵ ਜਿਹੜੇ ਨੇ ਉਹ ਉਹਨਾਂ ਨੂੰ ਕਥਾ ਸੁਣਾਉਂਦੇ ਨੇ, ਰਾਮ ਕਥਾ ਸੁਣਾਉਂਦੇ ਨੇ, ਅਮਰ ਕਥਾ ਸੁਣਾਉਂਦੇ ਨੇ। ਇਹ ਬਹੁਤ ਪ੍ਰਚਲਿਤ ਸਾਖੀ ਹੈ, ਮੈਂ ਇਸ ਪਾਸੇ ਨਹੀਂ ਜਾਵਾਂਗਾ। ਤੋ ਸਤਸੰਗੀ ਜਨੋ, ਉਹ ਕਹਿੰਦੇ ਨੇ ਕਿ ਇਹ ਸਿਵਾ ਜਿਹੜੀ ਹੈ ਇਹ ਦੇਵੀ ਹੈ, ਪਰ ਭਗਤ ਨਾਮਦੇਵ ਜੀ ਕਹਿੰਦੇ ਨੇ ਸਿਵਾ ਸਕਤ ਸੰਵਾਦੰ। ਹੁਣ ਉਹ ਕਹਿ ਰਹੇ ਨੇ ਕਿ ਭਗਵਾਨ ਸ਼ਿਵ ਦਾ ਅਤੇ ਪਾਰਬਤੀ ਦਾ ਆਪਸ ਵਿੱਚ ਜਿਹੜਾ ਸੰਵਾਦ ਹੈ, ਭਾਵ ਹੈ ਰਾਮਾਇਣ। ਹੁਣ ਇੱਥੇ ਸਿਵਾ ਜਿਹੜਾ ਇਹ ਸ਼ਿਵ ਬਣ ਸਕਦਾ, ਇੱਥੇ ਸਿਵਾ ਦਾ ਅਰਥ ਦੇਵੀ ਨਹੀਂ ਬਣ ਸਕਦਾ, ਭਗਵਤੀ ਦੂਜਾ ਅਰਥ ਇਸਤਰੀ ਲਿੰਗ ਨਹੀਂ ਬਣ ਸਕਦਾ। ਇਸ ਵਾਸਤੇ ਪਰਮੇਸ਼ਰ ਅਕਾਲ ਪੁਰਖ ਜਿਹੜਾ ਹੈ ਉਹ ਬਹੁ ਰੂਪਾਂ ਵਿੱਚ ਵਿਚਰਨ ਵਾਲਾ ਹੈ। ਉਹ ਹਰ ਆਪੇ ਹਰ ਇੱਕ ਰੰਗ ਹੈ, ਆਪੇ ਬਹੁਰੰਗੀ। ਉਹ ਬਹੁਰੰਗੀ ਪਰਮੇਸ਼ਰ ਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਦੇਵੀ ਸਰੂਪ ਵਿੱਚ ਜਾਂ ਇਸਤਰੀ ਸਰੂਪ ਵਿੱਚ ਨਹੀਂ ਹੋ ਸਕਦਾ, ਉਹ ਤਾਂ ਹੋ ਹੀ ਸਕਦਾ। ਇਸ ਵਾਸਤੇ ਕੇਵਲ ਤੇ ਕੇਵਲ ਨਾਵਾਂ ਦੀ ਗੱਲ ਕਰਨੀ ਕਿ ਇਹ ਨਾਂ ਜਿਹੜਾ ਹੈ ਇਹ ਇਸਤਰੀ ਲਿੰਗ ਹੈ, ਇਹ ਪੁਲਿੰਗ ਹੈ, ਇਸ ਗੱਲ ਕਰਕੇ ਜੇ ਅਸੀਂ ਦਸਮ ਬਾਣੀ ਨੂੰ ਖੰਡਨ ਕਰਨ ਲੱਗੀਏ ਤੇ ਅਸੀਂ ਨਹੀਂ ਕਰ ਸਕਦੇ। ਅਕਾਲ ਉਸਤਤ ਜਿਹੜੀ ਬਾਣੀ ਹੈ, ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਅਕਾਲ ਉਸਤਤ ਲਿਖੀ ਔਰ ਉਹਦੇ ਵਿੱਚ ਸ਼ੁਰੂ 'ਚ ਹੀ ਉਹ ਲਿਖਦੇ ਨੇ ਕਿ ਇਹ ਅਕਾਲ ਪੁਰਖ ਦੀ ਉਸਤਤ ਹੈ, ਅਕਾਲ ਦੀ ਉਸਤਤ ਹੈ। ਅਖੀਰ ਦੇ ਵਿੱਚ ਵੀ ਉਸਤਤ ਸੰਪੂਰਨੰ ਸ਼ਬਦ ਆਇਆ ਹੈ। ਅਕਾਲ ਪਹਿਲਾਂ ਆਇਆ, ਉਸਤਤ ਅਖੀਰ 'ਤੇ ਆਇਆ, ਇਸ ਵਾਸਤੇ ਉਹਨੂੰ ਅਕਾਲ ਉਸਤਤ ਕਿਹਾ ਜਾਂਦਾ। ਜਿਹੜੀ ਅਕਾਲ ਉਸਤਤ ਹੈ, ਹੁਣ ਅਕਾਲ ਉਸਤਤ ਬਾਣੀ ਵਿੱਚ ਸਾਰੇ ਮੰਨਣਗੇ ਕਿ ਰੱਬ ਦੀ ਉਸਤਤ ਹੈ, ਇਹ ਤਾਂ ਰੱਬ ਦੀ ਗੱਲ ਹੈ, ਦੂਜੀ ਹੋਰ ਇਹਦੇ ਵਿੱਚ ਗੱਲ ਹੀ ਕੋਈ ਨਹੀਂ। ਪਰ ਸਤਸੰਗੀ ਜਨੋ, ਜਦੋਂ ਅਸੀਂ ਉਹਦੇ ਵਿੱਚ ਵੇਖਦੇ ਹਾਂ, ਇੱਕ ਛੰਦ ਹੈ ਦੀਰਘ ਤ੍ਰਿਭੰਗੀ ਛੰਦ। ਜਿਹੜਾ ਦੀਰਘ ਤ੍ਰਿਭੰਗੀ ਛੰਦ ਹੈ ਉਹਦੇ ਵਿੱਚ ਪਾਠ ਆਉਂਦਾ ਹੈ, ਦੁਰਜਨ ਦਲ ਦੰਡਣ ਅਸੁਰ ਬਿਹੰਡਣ ਦੁਸ਼ਟ ਨਿਕੰਦਣ ਆਦਿ ਬ੍ਰਿਤੇ ਚੱਛਰਾਸੁਰ ਮਾਰਨ ਪਤਿ ਦੇ ਉਦਾਹਰਣ ਨਰਕ ਨਿਵਾਰਨ ਗੂੜ ਗਤੇ। ਇਸ ਤਰ੍ਹਾਂ ਦੇ ਸ਼ਬਦ ਆਉਂਦੇ ਨੇ। ਅੱਗੇ ਪਾਤਸ਼ਾਹ ਲਿਖਦੇ ਨੇ, ਅਸ਼ੇ ਅਖੰਡੇ ਤੇਜ ਪ੍ਰਚੰਡੇ ਖੰਡ ਉਦੰਡੇ ਅਲਖ ਮਤੇ ਜੈ ਜੈ ਹੋਸੀ ਮਹਖਾਸੁਰ ਮਰਦਨ ਰਮ ਕਪਰਦਨ ਛਤਰ ਛਿਤੇ। ਇਸ ਤਰ੍ਹਾਂ ਦਾ ਬਚਨ ਆਇਆ। ਹੁਣ ਇੱਥੇ ਜੈ ਜੈ ਹੋਸੀ ਮਹਖਾਸੁਰ ਮਰਦਨ, ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਹਿਖਾਸੁਰ ਦਾ ਮਰਦਨ ਕਰਨ ਵਾਲਾ, ਭਾਵ ਉਹਨੂੰ ਮਲਣ ਵਾਲਾ ਪਰਮੇਸ਼ਰ ਨੂੰ ਲਿਖਿਆ। ਹੁਣ ਆਮ ਕਰਕੇ ਜਦੋਂ ਅਸੀਂ ਚੰਡੀ ਦੀ ਵਾਰ ਵੀ ਪੜ੍ਹਦੇ ਹਾਂ ਜਾਂ ਉਕਤ ਬਿਲਾਸ ਪੜ੍ਹਦੇ ਹਾਂ ਜਾਂ ਚੰਡੀ ਚਰਿੱਤਰ ਪੜ੍ਹਦੇ ਹਾਂ, ਉਹਦੇ ਵਿੱਚੋਂ ਜਾਂ ਜਿਹੜੇ ਦੂਜੇ ਹੈਗੇ ਨੇ ਸਨਾਤਨ ਧਰਮ ਦੇ ਗ੍ਰੰਥ ਨੇ, ਉਹਨਾਂ ਨੂੰ ਅਸੀਂ ਪੁਰਾਣਾ ਨੂੰ ਪੜ੍ਹਦੇ ਹਾਂ, ਅਤੇ ਉਹਦੇ ਵਿੱਚ ਸਾਰਿਆਂ 'ਚ ਇਹ ਹੀ ਜ਼ਿਕਰ ਆਉਂਦਾ ਕਿ ਮਹਿਖਾਸੁਰ ਨੂੰ ਕਿਸੇ ਹੋਰ ਨੇ ਨਹੀਂ, ਸਗੋਂ ਦੁਰਗਾ ਨੇ ਮਾਰਿਆ। ਹੁਣ ਜਦੋਂ ਉੱਥੇ ਤੇ ਲਿਖਿਆ ਹੋਇਆ ਦੁਰਗਾ ਨੇ ਮਾਰਿਆ, ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਤੂੰ ਮਾਰਿਆ। ਇਸ ਵਾਸਤੇ ਉਹ ਅਕਾਲ ਪੁਰਖ ਜਿਹੜਾ ਹੈ ਉਹ ਬਹੁਰੰਗੀ ਹੈ। ਉਸ ਨੂੰ ਇਹ ਨਹੀਂ ਕਿਹਾ ਜਾ ਸਕਦਾ ਕਿ ਕਿਸੇ ਇੱਕ ਹੀ ਨਾਂ ਉਹਦਾ ਹੈ, ਸਾਰੇ ਨਾਂ ਉਹਦੇ ਨੇ। ਜਦੋਂ ਅਸੀਂ ਜਾਪ ਸਾਹਿਬ ਪੜ੍ਹਦੇ ਹਾਂ ਅਤੇ ਜਾਪ ਸਾਹਿਬ ਦੇ ਪ੍ਰਾਰੰਭ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਜਿਹੜਾ ਸ਼ਬਦ ਅੰਕਿਤ ਕਰਦੇ ਨੇ, ਮੈਂ ਤੁਹਾਡੀ ਜਾਣਕਾਰੀ ਵਾਸਤੇ ਅਰਜ਼ ਕਰਦੇ ਹਾਂ। ਤੁਹਾਡੇ ਵਿੱਚੋਂ ਬਹੁਤ ਸਾਰੇ ਸੱਜਣਾਂ ਨੇ TV ਉੱਪਰ ਹਰਿਮੰਦਰ ਸਾਹਿਬ ਦਾ ਪ੍ਰੋਗਰਾਮ ਵੇਖਿਆ ਸੁਣਿਆ ਹੋਵੇਗਾ। ਜਦੋਂ ਅੰਮ੍ਰਿਤ ਵੇਲੇ ਵਾਕ ਲਿਆ ਜਾਂਦਾ ਅਤੇ ਵਾਕ ਲੈਣ ਤੋਂ ਬਾਅਦ ਜਦੋਂ ਸ਼ਬਦ ਕੀਰਤਨ ਦੁਬਾਰਾ ਸ਼ੁਰੂ ਹੁੰਦਾ ਅਤੇ ਉੱਥੇ 5 ਸ਼ਬਦ ਉਦੋਂ ਪੜ੍ਹੇ ਜਾਂਦੇ ਨੇ। ਉਹਨਾਂ 5 ਸ਼ਬਦਾਂ ਦੇ ਵਿੱਚ ਜਿਹੜਾ ਸਭ ਤੋਂ ਪਹਿਲਾ ਸ਼ਬਦ ਪੜ੍ਹਿਆ ਜਾਂਦਾ ਉਹ ਦਸਮ ਬਾਣੀ ਦਾ ਸ਼ਬਦ ਹੈ, ਔਰ ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜੇ, ਇਹੀ ਸ਼ਬਦ ਹੁੰਦਾ। ਦੂਜੇ ਸ਼ਬਦ ਵਾਰੀ ਵਾਰੀ ਅਨੁਸਾਰ ਬਦਲ ਜਾਂਦੇ ਨੇ, ਪਰ ਇਹ ਸ਼ਬਦ ਕਦੇ ਵੀ ਨਹੀਂ ਬਦਲਦਾ। ਇਹ ਸ਼ਬਦ ਮੂਲ ਰੂਪ ਵਿੱਚ ਇਹ ਪੜ੍ਹਿਆ ਹੀ ਜਾਂਦਾ, ਸਭ ਤੋਂ ਪਹਿਲਾਂ ਪੜ੍ਹਿਆ ਜਾਂਦਾ ਅਤੇ ਜ਼ਰੂਰੀ ਤੌਰ 'ਤੇ ਪੜ੍ਹਿਆ ਜਾਂਦਾ। ਕਿਉਂਕਿ ਉਦੋਂ ਗਿਆਨੀ ਗੁਰਵਿੰਦਰ ਸਿੰਘ ਹੋਰਾਂ ਨੇ ਵੀ ਇਹ ਗੱਲ ਕੀਤੀ ਸੀ ਕਿ ਅਸਲ ਵਿੱਚ ਇਹ ਮੂਲ ਮੰਤਰ ਦਾ ਅਨੁਵਾਦ ਹੀ ਹੈ। ਇਹ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਜਿਹੜਾ ਹੈ ਉਹਦਾ ਅਨੁਵਾਦ ਹੈ ਇਹ, ਅਤੇ ਉਹਦੇ ਵਿੱਚ ਸਿਫਤ ਕੀਤੀ ਹੈ ਅਕਾਲ ਪੁਰਖ ਦੀ। ਉਹ ਸਿਫਤ ਕਰਦਿਆਂ ਪਾਤਸ਼ਾਹ ਕਹਿੰਦੇ ਨੇ, ਚੱਕਰ ਚਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ।
ਅਚਲ ਮੂਰਤ ਅਨਭਉ ਪ੍ਰਕਾਸ਼ ਅੰਮ੍ਰਿਤ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਹਸਾਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤ੍ਰਿਣ ਕਹਤ ਤੋ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਤੇਰੇ ਸਾਰੇ ਨਾਂ ਕੋਈ ਨਹੀਂ ਕਹਿ ਸਕਦਾ। ਗਰੀਬ ਨਵਾਜ ਪਾਤਸ਼ਾਹ ਫਰਮਾਨ ਕਰਦੇ ਨੇ ਕਿ ਸ਼ੇਸ਼ ਨਾਗ ਸਿਰ ਸਹਸ ਬਨਾਈ, ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਸ਼ੇਸ਼ ਨਾਗ ਸਿਰ ਸਹਸ ਬਨਾਈ ਦੁਐ ਸਹੰਸ ਰਸ ਨਹਾ ਸਹਾਈ ਰਟਤ ਅਬ ਲਗੇ ਨਾਮ ਅਪਾਰਾ ਤੁਮਰੋ ਤਉ ਨਾ ਪਾਵਤ ਪਾਰਾ। ਤੇਰਾ ਕੋਈ ਪਾਰਾਵਾਰ ਨਹੀਂ ਪਾ ਸਕਦਾ, ਤੇਰਾ ਪਾਰਾਵਾਰ ਤੇ ਸ਼ੇਸ਼ ਨਾਗ ਨਹੀਂ ਪਾ ਸਕਿਆ, ਜਿਹੜਾ ਹਰ ਵਕਤ ਨਵੇਂ ਨਾਮ ਰੱਖ ਰੱਖ ਕੇ 2000 ਜੀਭਾ ਦੇ ਨਾਲ ਤੇਰਾ ਜਸ ਕਰਦਾ, ਤੇਰੀ ਸਿਫਤ ਕਰਦਾ, ਤੇਰੀ ਉਪਮਾ ਕਰਦਾ, ਉਹ ਵੀ ਤੇਰਾ ਅੰਤ ਨਹੀਂ ਪਾ ਸਕਦਾ। ਹੁਣ ਮੈਂ ਅਰਜ਼ ਕਰ ਰਿਹਾ ਸਾਂ ਕਿ ਇੱਥੇ ਪਾਤਸ਼ਾਹ ਕਹਿੰਦੇ ਨੇ ਤਵ ਸਰਬ ਨਾਮ ਕਥੈ ਕਵਨ ਕਰਮ ਨਾਮ ਵਰਣਤ ਸੁਮਤ। ਜਿੰਨੇ ਤੇਰੇ ਨਾਂ ਨੇ ਇਹ ਸਾਰੇ ਦੇ ਸਾਰੇ ਕਰਮ ਨਾਮ ਨੇ, ਕਰਮ ਨਾਮ ਹਨ। ਕਰਮ ਨਾਮ ਕਿਸ ਤਰ੍ਹਾਂ ਬਣਦਾ? ਕਰਮ ਨਾਮ ਬਣਦਾ ਹੈ ਕਿਸੇ ਦੇ ਕਰਮ ਕਰਨ ਤੋਂ। ਜਿਹੋ ਜਿਹਾ ਕੋਈ ਕਰਮ ਕਰਦਾ ਉਹੋ ਜਿਹਾ ਉਹਦਾ ਨਾਂ ਬਣ ਜਾਂਦਾ। ਜਿਸ ਤਰ੍ਹਾਂ ਆਦਿ ਬਾਣੀ 'ਚ ਪਾਠ ਆਇਆ, ਜੋ ਧਰਮ ਕਮਾਵੈ ਤਿਸ ਧਰਮ ਨਾ ਹੋਵੈ। ਉਹਨੂੰ ਲੋਕੀ ਧਰਮੀ ਆਖਣ ਲੱਗ ਪੈਂਦੇ ਨੇ ਜਿਹੜਾ ਧਰਮ ਕਮਾਉਂਦਾ। ਜੋ ਧਰਮ ਕਮਾਵੈ ਤਿਸ ਧਰਮ ਨਾ ਹੋਵੈ। ਪਾਪ ਕਮਾਣਾ ਪਾਪੀ ਜਾਣੀ ਹੈ, ਉਹਨੂੰ ਪਾਪੀ ਆਖਿਆ ਜਾਂਦਾ ਜਿਹੜਾ ਮਨੁੱਖ ਪਾਪ ਕਰਦਾ। ਹੁਣ ਸੰਤ ਗਿਆਨ ਸਿੰਘ ਹੋਰੀ ਇੱਕ ਬੜੀ ਸੋਹਣੀ ਗੱਲ ਕਰਿਆ ਕਰਦੇ ਸਨ। ਉਹ ਕਹਿੰਦੇ ਹੁੰਦੇ ਸੀ, ਉਹ ਭਾਊ ਇਸ ਕਲਬੂਤ ਦਾ ਕੋਈ ਨਾਂ ਨਹੀਂ, ਨਾਂ ਕਰਮ ਦਾ ਹੀ ਹੈ। ਇਸ ਸਰੀਰ ਦਾ ਕੋਈ ਨਾਂ ਨਹੀਂ। ਸਰੀਰ ਦਾ ਨਾਂ ਮਾਪਿਆਂ ਨੇ ਰੱਖਿਆ ਸੀ। ਜਿਹੜਾ ਮਾਪਿਆਂ ਨੇ ਸਰੀਰ ਦਾ ਨਾਂ ਰੱਖਿਆ ਉਹ ਬਹੁਤ ਵਾਰੀ ਅਸੀਂ ਵੇਖਦੇ ਹਾਂ ਵੀ ਵਿਗੜ ਜਾਂਦਾ, ਔਰ ਬਹੁਤ ਵਾਰੀ ਅਸੀਂ ਸੰਸਾਰ ਵਿੱਚ ਸਮਾਜ ਵਿੱਚ ਇਸ ਗੱਲ ਨੂੰ ਅਨੁਭਵ ਕਰਦੇ ਹਾਂ ਕਿ ਬਹੁਤ ਵਿਰਲੇ ਲੋਕ ਨੇ ਜਿਹੜੇ ਆਪਣੇ ਨਾਂ ਨੂੰ ਸਾਰਥਿਕ ਕਰ ਸਕਦੇ ਨੇ, ਨਹੀਂ ਤੇ ਬਹੁਤ ਵਾਰੀ ਆਪਣੇ ਨਾਂ ਨੂੰ ਵੱਟਾ ਹੀ ਲੱਗਦਾ ਵੇਖਿਆ ਜਾਂਦਾ। ਇਸ ਵਾਸਤੇ ਇਹਨੂੰ ਕਿਹਾ ਜਾ ਸਕਦਾ ਹੈ ਕਿ ਉਹ ਨਾਂ ਉਹਨਾਂ ਦਾ ਅਸਲੀ ਨਾਮ ਨਹੀਂ ਸੀ। ਉਹ ਕਰਮ ਨਾਮ ਜਿਹੜਾ ਹੈ, ਜਿਹੋ ਜਿਹਾ ਮਨੁੱਖ ਕਰਮ ਕਰਦਾ ਉਸ ਨੂੰ ਉਹੋ ਜਿਹੇ ਨਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ। ਹੁਣ ਪਰਮੇਸ਼ਰ ਅਕਾਲ ਪੁਰਖ ਨੇ ਜਿਹੋ ਜਿਹੇ ਕਰਮ ਕੀਤੇ ਉਹਨੂੰ ਉਹੋ ਜਿਹਾ ਨਾਂ ਲਾ ਕੇ ਸੰਬੋਧਨ ਕੀਤਾ ਗਿਆ। ਹੁਣ ਜਦੋਂ ਅਸੀਂ ਕਰਮ ਨਾਮ ਦੀ ਹੀ ਕੇਵਲ ਗੱਲ ਕਰਾਂਗੇ ਕਿ ਉਹਦਾ ਇਹ ਨਾਮ ਹੈ, ਤੇ ਅਸੀਂ ਗੁਰਬਾਣੀ ਵਿੱਚੋਂ ਪੜ੍ਹਦੇ ਹਾਂ ਕਿ ਪਰਮੇਸ਼ਰ ਦੀ ਸਿਫਤ ਕਰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਦਸਮ ਬਾਣੀ ਤੇ ਕਿੰਤੂ ਕਰਨ ਵਾਲੇ ਪਤਾ ਨਹੀਂ ਕਿਉਂ ਨਹੀਂ ਇਸ ਗੱਲ ਨੂੰ ਵੇਖਦੇ ਕਿ ਆਦਿ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਮੁਰਾਰੀ ਸ਼ਬਦ ਉਸ ਅਕਾਲ ਪੁਰਖ ਵਾਸਤੇ ਵਰਤਿਆ। ਹੁਣ ਮੁਰਾਰੀ ਕੀ ਹੈ? ਜਿਸ ਨੇ ਮੁਰੂ ਰਾਖਸ਼ ਨੂੰ ਮਾਰਿਆ, ਤੇ ਮੁਰੂ ਰਾਖਸ਼ ਨੂੰ ਮਾਰਨ ਵਾਲਾ ਵਿਸ਼ਨੂੰ ਹੈ। ਸੰਸਾਰਿਕ ਰੂਪ ਵਿੱਚ ਵਿਸ਼ਨੂੰ ਨੇ ਮਾਰਿਆ ਇਹ ਮੰਨਿਆ ਜਾਏਗਾ, ਪਰ ਉਹਦੇ ਤੋਂ ਅਸੀਂ ਕਹਿੰਦੇ ਆ ਕਿ ਨਹੀਂ, ਇਹ ਪਰਮੇਸ਼ਰ ਦਾ ਨਾਂ ਹੈ। ਉਹ ਤੇ ਪਰਮੇਸ਼ਰ ਦਾ ਨਾਮ ਮਹਿਸੂਸ ਹੁੰਦਾ ਸਾਨੂੰ। ਹੁਣ ਉੱਥੇ ਦਾਮੋਦਰ ਸ਼ਬਦ ਹੈ। ਦਾਮੋਦਰ ਭਗਵਾਨ ਕ੍ਰਿਸ਼ਨ ਦੇ ਲੱਕ ਨੂੰ ਰੱਸੀ ਬੰਨ੍ਹੀ ਗਈ ਤੇ ਉਹ ਮਾਤਾ ਨੇ ਸ਼ਰਾਰਤਾਂ ਕਰਦੇ ਹੋਣਗੇ, ਉਹਨੇ ਲੱਕ ਨੂੰ ਰੱਸੀ ਪਾ ਦਿੱਤੀ ਤੇ ਉਹਦਾ ਨਾਂ ਰੱਖ ਦਿੱਤਾ ਦਾਮ ਉਦਰ, ਉਹਦੇ ਪੇਟ ਨੂੰ ਪਾਈ ਹੋਈ ਰੱਸੀ ਵਾਲਾ। ਉਹ ਦਾਮੋਦਰ ਬਣ ਗਿਆ। ਹੁਣ ਇਹਦਾ ਅਰਥ ਅਸੀਂ ਪਰਮੇਸ਼ਰ ਕਰਦੇ ਹਾਂ, ਅਕਾਲ ਪੁਰਖ ਕਰਦੇ ਹਾਂ। ਇਸੇ ਤਰ੍ਹਾਂ ਹੀ ਹੋਰ ਸਾਰੇ ਨਾਂ, ਮਾਧੋ ਹੈ ਜਾਂ ਜਿੰਨੇ ਵੀ ਨਾਂ ਨੇ, ਉਹ ਸਾਰੇ ਦੇ ਸਾਰੇ ਨਾਂ ਕਿਸੇ ਨਾ ਕਿਸੇ ਰੂਪ ਵਿੱਚ, ਕੋਈ ਨਰਸਿੰਘ ਕਿਹਾ ਹੈ ਗੁਰਬਾਣੀ ਦੇ ਵਿੱਚ, ਤੇ ਉਹ ਸਾਰੇ ਦੇ ਸਾਰੇ ਨਾਂ ਜਿਹੜੇ ਨੇ ਉਹ ਕਿਰਤਮ ਨਾਮ ਨੇ, ਉਹ ਕਰਮ ਨਾਮ ਨੇ। ਉਹਨਾਂ ਦਾ ਅਸਲੀ ਨਾਮ ਜਿਹੜਾ ਹੈ ਉਹ ਨਹੀਂ ਕਿਹਾ ਜਾ ਸਕਦਾ। ਇਸ ਵਾਸਤੇ ਜੋ ਜੋ ਕਿਸੇ ਨੇ ਵੇਖਿਆ ਉਹਦੇ 'ਚ ਗੁਣ, ਉਹਨੂੰ ਉਹ ਕਿਹਾ ਗਿਆ। ਹੁਣ ਇਸ ਗੱਲ ਨੂੰ ਤੇ ਅਸੀਂ ਮੰਨ ਲਿਆ ਕਿ ਜੇ ਉੱਥੇ ਮੁਰਾਰੀ ਸ਼ਬਦ ਆਇਆ ਤੇ ਉਹ ਵੀ ਪਰਮੇਸ਼ਰ ਵਾਚਕ ਹੈ, ਉੱਥੇ ਦਾਮੋਦਰ ਸ਼ਬਦ ਆਇਆ ਤੇ ਉਹ ਵੀ ਪਰਮੇਸ਼ਰ ਵਾਚਕ ਹੈ। ਪਰ ਮੈਨੂੰ ਇਹ ਨਹੀਂ ਸਮਝ ਲੱਗਦੀ ਕਿ ਜੇ ਉੱਥੇ ਭਗਉਤੀ ਨਾਮ ਆਇਆ ਤੇ ਭਗਉਤੀ ਨਾਮ ਪਰਮੇਸ਼ਰ ਵਾਚਕ ਕਿਉਂ ਨਹੀਂ ਹੋ ਸਕਦਾ? ਇਹਦੇ ਤੇ ਕੀ ਪਾਬੰਦੀ ਹੈ? ਇਹਦੇ ਵਾਸਤੇ ਸਾਨੂੰ ਕੀ ਮੁਸ਼ਕਲ ਹੈ? ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਕਹਿੰਦੇ ਨੇ, ਹੁਕਮ ਕਰਦੇ ਨੇ ਕਿ ਤੈਹੀ ਦੁਰਗਾ ਸਾਜ ਕੇ ਦੈਤਾਂ ਦਾ ਨਾਸ਼ ਕਰਾਇਆ। ਹੁਣ ਦੁਰਗਾ ਨੂੰ ਸਾਜਣ ਵਾਲਾ ਵੀ ਆਪ ਹੈ ਤੇ ਦੁਰਗਾ ਵਿੱਚ ਵਿਚਰਨ ਵਾਲੀ ਸ਼ਕਤੀ ਵੀ ਉਹਦੀ ਆਪਣੀ ਹੈ, ਦੁਰਗਾ ਕੋਈ ਵੱਖਰੀ ਨਹੀਂ। ਮੈਂ ਇੱਕ ਅਰਜ਼ ਹੋਰ ਕਰ ਦੇਣੀ ਚਾਹਾਂਗਾ। ਸੰਸਾਰ ਦੇ ਵਿੱਚ ਜਿੱਥੇ ਕਰਮ ਦੀ ਪੂਜਾ ਹੁੰਦੀ ਹੈ ਉੱਥੇ ਜੋਤ ਦੀ ਪੂਜਾ ਹੁੰਦੀ ਹੈ।
ਹਮੇਸ਼ਾ ਜੋਤ ਦੀ ਪੂਜਾ ਹੁੰਦੀ ਹੈ। ਆਪਾਂ ਜਦੋਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਪੜ੍ਹਦੇ ਹਾਂ ਤੇ ਸਤਸੰਗੀ ਜਨੋਂ, ਸਤਿਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਭਾਈ ਲਹਿਣੇ ਦੇ ਰੂਪ ਵਿੱਚ ਨੇ। ਉਹ ਭਾਈ ਲਹਿਣੇ ਦੇ ਰੂਪ 'ਚ ਜਿੰਨਾ ਚਿਰ ਵਿਚਰਦੇ ਨੇ, ਉਹਨਾਂ ਦਾ ਕੋਈ ਉਹੋ ਜਿਹਾ ਮਾਣ ਸਤਿਕਾਰ ਨਹੀਂ ਕਰਦਾ, ਨਾ ਉਹਨਾਂ ਦੀ ਕੋਈ ਆਰਾਧਨਾ ਕਰਦਾ, ਨਾ ਉਹਨਾਂ ਦੇ ਚਰਨਾਂ 'ਚ ਕੋਈ ਮੱਥਾ ਟੇਕਦਾ। ਐਸੀ ਗੱਲ ਕੋਈ ਨਹੀਂ ਇਤਿਹਾਸ ਵਿੱਚ ਆਉਂਦੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਦੋਂ ਬਾਬਾ ਅਮਰਦਾਸ ਜੀ ਦੇ ਰੂਪ ਵਿੱਚ ਨੇ, ਆਮ ਦੁਨਿਆਵੀ ਮਨੁੱਖ ਨੇ, ਉਸ ਵੇਲੇ ਤੱਕ ਉਹਨਾਂ ਦਾ ਮਾਣ ਸਤਿਕਾਰ ਕੋਈ ਨਹੀਂ ਉਹੋ ਜਿਹਾ। ਪਰੰਤੂ ਜਦੋਂ ਉਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਤਖਤ 'ਤੇ ਸੁਭਾਏਮਾਨ ਹੋ ਜਾਂਦੇ ਨੇ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਜੋਤ ਉਹਨਾਂ ਦੇ ਹਿਰਦੇ ਵਿੱਚ ਟਿਕ ਜਾਂਦੀ ਹੈ, ਤੇ ਉਸ ਵੇਲੇ ਸਤਸੰਗੀ ਜਨੋਂ ਅਸੀਂ ਵੇਖਦੇ ਹਾਂ ਕਿ ਉਹ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਅਕਾਲ ਪੁਰਖ ਬਣ ਜਾਂਦੇ ਨੇ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਅਕਾਲ ਪੁਰਖ ਸਰੂਪ ਬਣ ਜਾਂਦੇ ਨੇ। ਇੱਕ ਬਾਲ ਅਵਸਥਾ ਵਿੱਚ ਹੀ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਗੱਦੀ 'ਤੇ ਸੁਭਾਏਮਾਨ ਹੋ ਜਾਂਦੇ ਨੇ, ਤੇ ਉਹਨਾਂ ਬਾਰੇ ਪਾਤਸ਼ਾਹ ਇੱਥੋਂ ਤੱਕ ਲਿਖ ਦਿੰਦੇ ਨੇ, ਸ੍ਰੀ ਹਰਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਇਹ ਵੀ ਕਿਹਾ ਗਿਆ। ਮੇਰਾ ਅਰਜ਼ ਕਰਨ ਤੋਂ ਭਾਵ ਹੈ ਕਿ ਜੋਤ ਦੀ ਪੂਜਾ। ਹੁਣ ਉਹ ਜੋਤ ਜਦੋਂ ਗੁਰੂ ਸਾਹਿਬਾਨਾਂ ਦੇ ਸਰੀਰਾਂ ਵਿੱਚ ਵਰਤਦੀ ਹੈ, ਆਪਣੇ ਥਾਂ ਦੀ ਤਬਦੀਲੀ ਕਰਦੀ ਹੈ, ਤੇ ਸਤਸੰਗੀ ਜਨੋਂ ਉਹਨਾਂ ਸਰੀਰਾਂ ਦੀ ਸ਼ੋਭਾ ਹੁੰਦੀ ਹੈ, ਉਹਨਾਂ ਸਰੀਰਾਂ ਦਾ ਮਾਣ ਹੁੰਦਾ ਹੈ। ਇਸੇ ਤਰ੍ਹਾਂ ਅਕਾਲ ਪੁਰਖ ਪਰਮੇਸ਼ਰ ਦੀ ਸ਼ਕਤੀ ਜਿਹੜੀ ਹੈ, ਜੇ ਉਹ ਵਿਸ਼ਨੂੰ 'ਚ ਵਰਤਦੀ ਹੈ ਤੇ ਵਿਸ਼ਨੂੰ ਦੀ ਪੂਜਾ, ਜੇ ਉਹੀ ਸ਼ਕਤੀ ਬ੍ਰਹਮਾ 'ਚ ਵਿਚਰਦੀ ਹੈ ਤੇ ਬ੍ਰਹਮਾ ਦੀ ਪੂਜਾ, ਜੇ ਉਹ ਸ਼ਕਤੀ ਵਰਤਦੀ ਹੈ ਸ਼ਿਵ ਜੀ ਵਿੱਚ ਤੇ ਉਹ ਸ਼ਿਵ ਜੀ ਦੀ ਪੂਜਾ, ਉਹ ਸ਼ਕਤੀ ਜੇ ਦੇਵੀ 'ਚ ਵਰਤਦੀ ਹੈ ਤੇ ਦੇਵੀ ਦੀ ਪੂਜਾ। ਸਰੀਰ ਕਰਕੇ ਪੂਜਾ ਹੈ, ਸੰਸਾਰ ਸ਼ਕਸ਼ੀ ਪੂਜਾ ਹੈ, ਪਰ ਅਸਲੀਅਤ ਵਿੱਚ ਕੀ ਹੈ? ਪੂਜਾ ਉਸ ਜੋਤ ਦੀ ਹੈ, ਉਸ ਸ਼ਕਤੀ ਦੀ ਹੈ, ਜਿਹੜੀ ਸ਼ਕਤੀ ਸਾਰੇ ਪਾਸੇ ਕੰਮ ਕਰ ਰਹੀ ਹੈ, ਸਾਰੇ ਪਾਸੇ ਵਿਚਰ ਰਹੀ ਹੈ। ਤਾਂ ਖੈਰ ਮੈਂ ਅਰਜ਼ ਇਹ ਕਰ ਰਿਹਾ ਸਾਂ ਕਿ ਸਤਿਗੁਰੂ ਜੀ ਨੇ ਲਿਖਿਆ ਹੈ ਕਿ ਸ੍ਰੀ ਭਗਉਤੀ ਜੀ ਸਹਾਏ। ਭਗਉਤੀ ਨਾਮ ਜਿਹੜਾ ਹੈ, ਇਸ ਗੱਲ ਤੇ ਕਿੰਤੂ ਕਰਨ ਦੀ ਸਾਨੂੰ ਲੋੜ ਨਹੀਂ, ਕਿਉਂਕਿ ਭਗਉਤੀ ਪਰਮੇਸ਼ਰ ਦਾ ਨਾਂ ਹੈ, ਅਕਾਲ ਪੁਰਖ ਦਾ ਨਾਂ ਹੈ। ਜੇ ਸਿਵਾ ਨਾਮ ਪਰਮੇਸ਼ਰ ਦਾ ਹੋ ਸਕਦਾ ਹੈ ਤੇ ਭਗਉਤੀ ਨਾਮ ਪਰਮੇਸ਼ਰ ਦਾ ਕਿਉਂ ਨਹੀਂ ਹੋ ਸਕਦਾ? ਬਹੁਤ ਸਾਰੇ ਸ਼ਬਦ ਅਜਿਹੇ ਆ ਸਕਦੇ ਨੇ। ਤੇ ਗੁਰੂ ਕਲਗੀਧਰ ਪਾਤਸ਼ਾਹ ਤੇ ਇਹ ਵੀ ਬਚਨ ਕਰਦੇ ਨੇ, ਸਤਿਗੁਰੂ ਜੀ ਕਹਿੰਦੇ ਨੇ ਕਿ ਅਸਲ ਵਿੱਚ ਨਾਵਾਂ ਕਰਕੇ ਨਹੀਂ, ਅਸਲ ਵਿੱਚ ਭਾਵਨਾ ਕਰਕੇ ਸਾਰਾ ਕੁਝ ਹੁੰਦਾ ਹੈ। ਜਦੋਂ ਮਨੁੱਖ ਦੀ ਭਾਵਨਾ ਉੱਚੀ ਹੈ ਤਾਂ ਗੱਲ ਬਣਦੀ ਹੈ, ਆਪਣੇ ਮੂੰਹ ਤੋਂ ਨਾਂ ਲੈਣ ਨਾਲ ਕੋਈ ਬਹੁਤੀ ਗੱਲ ਨਹੀਂ ਬਣਦੀ। ਸਤਿਗੁਰੂ ਸੱਚੇ ਪਾਤਸ਼ਾਹ ਅਕਾਲ ਉਸਤਤ ਵਿੱਚ ਇੱਕ ਬਚਨ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ, ਗੋਪੀਨਾਥ ਗੂਜਰ ਗੋਪਾਲ ਸਭੈ ਧੇਨ ਚਾਰੀ। ਕਹਿੰਦੇ ਨੇ, ਤੂੰ ਗੋਪੀਨਾਥ 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 ਦਾ ਰਟਨ ਕਰਨ ਵਾਲਿਆ, ਕਦੀ ਵਿਚਾਰਿਆ ਵੀ ਹੈ ਹੀ ਕਿਸ ਦੀ ਆਰਾਧਨਾ ਕਰ ਰਿਹਾ ਹੈ? ਤੇਰੀ ਭਾਵਨਾ ਕਿੱਥੇ ਜੁੜੀ ਹੋਈ ਹੈ? ਜੇ ਤੇ ਕੇਵਲ ਤੇਰਾ ਉਹ ਨਾਮ ਜਿਹੜਾ ਹੈ ਉਹ ਮੂੰਹ ਤੱਕ ਸੀਮਤ ਹੈ, ਜ਼ੁਬਾਨ ਤੱਕ ਸੀਮਤ ਹੈ, ਤੇ ਫਿਰ ਤੇਰੀ ਗੱਲ ਨਹੀਂ ਬਣ ਸਕਦੀ, ਤੂੰ ਉਹਦੇ ਪਰਮੇਸ਼ਰ ਤੱਕ ਨਹੀਂ ਪਹੁੰਚ ਸਕਦਾ। ਕਿਉਂ ਨਹੀਂ ਪਹੁੰਚ ਸਕਦਾ? ਪਾਤਸ਼ਾਹ ਫਰਮਾਉਂਦੇ ਨੇ, ਗੋਪੀਨਾਥ ਗੂਜਰ। ਜਿਹੜਾ ਗੋਪੀਨਾਥ ਸ਼ਬਦ ਹੈ, ਗੋਪੀ ਤੋਂ ਭਾਵ ਹੈ ਦੁੱਧ ਵੇਚਣ ਵਾਲੀ ਗਵਾਲਣ, ਤੇ ਨਾਥ ਤੋਂ ਭਾਵ ਹੈ ਸੁਆਮੀ। ਕਹਿੰਦੇ ਨੇ ਹੁਣ ਗਵਾਲਣ ਦਾ ਸੁਆਮੀ ਜਿਹੜਾ ਉਹ ਤੇ ਗੁੱਜਰ ਕੋਈ ਵੀ ਹੋ ਸਕਦਾ। ਫਿਰ ਗੋਪੀਨਾਥ ਗੂਜਰ, ਫਿਰ ਉਹ ਪਰਮੇਸ਼ਰ ਕਿਵੇਂ ਹੋ ਗਿਆ? ਪਰਮੇਸ਼ਰ ਬਣਾਉਣਾ ਤੇ ਸਾਡੀ ਭਾਵਨਾ ਨੇ ਉਹਨੂੰ ਬਣਾਉਣਾ, ਸਾਡੀ ਭਾਵਨਾ ਪਰਮੇਸ਼ਰ ਵਾਲੀ ਹੋਵੇ। ਸਤਿਗੁਰੂ ਨੂੰ ਸਾਡੀ ਭਾਵਨਾ ਨੇ ਪਰਮੇਸ਼ਰ ਜਿਹੜਾ ਹੈ ਉਹ ਮੰਨਣਾ ਹੈ। ਜਿੰਨਾ ਚਿਰ ਸਾਡੀ ਭਾਵਨਾ ਪਰਮੇਸ਼ਰ ਮੰਨਣ ਵਾਲੀ ਨਹੀਂ ਹੁੰਦੀ, ਉਹਨਾਂ ਚਿਰ ਸਾਨੂੰ ਪੂਰਨ ਫਲ ਨਹੀਂ ਮਿਲਦਾ। ਇਸੇ ਵਾਸਤੇ ਸਤਿਗੁਰੂ ਜੀ ਗੁਰਬਾਣੀ 'ਚ ਇਹ ਬਚਨ ਕਰਦੇ ਨੇ ਕਿ ਜਿਹਾ ਸਤਿਗੁਰ ਕਰ ਜਾਣਿਆ ਤੇਹੋ ਜਿਹਾ ਸੁਖ ਹੋਏ। ਸੁਖ ਕਿਹੋ ਜਿਹਾ ਮਿਲੇਗਾ? ਜਿਹੋ ਜਿਹਾ ਸਤਿਗੁਰੂ ਨੂੰ ਪਰਮੇਸ਼ਰ ਨੂੰ ਜਾਣਿਆ। ਤੇ ਅਸੀਂ ਹੁਣ ਕੇਵਲ ਨਾਂ ਤੱਕ ਸੀਮਤ ਹਾਂ। ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਗੋਪੀਨਾਥ ਗੂਜਰ ਗੋਪਾਲ ਸਭੈ ਧੇਨ ਚਾਰੀ। ਹੁਣ ਗੋਪਾਲ ਗੋਪਾਲ ਸ਼ਬਦ ਕਹਿਣ ਵਾਲਿਆ, ਕਦੀ ਵਿਚਾਰਿਆ ਹੀ ਕਿ ਗਊਆਂ ਦਾ ਪਾਲਣ ਵਾਲੇ ਜਿੰਨੇ ਗਊਆਂ ਚਾਰਨ ਵਾਲੇ ਨੇ ਉਹ ਸਾਰਿਆਂ ਨੂੰ ਫਿਰ ਗੋਪਾਲ ਆਖਿਆ ਜਾ ਸਕਦਾ? ਤੂੰ ਕਿਹਦੀ ਗੱਲ ਕਰਦਾ? ਤੇਰੀ ਭਾਵਨਾ ਕਿਹਦੇ ਤੇ ਹੈ? ਤੇਰੀ ਭਾਵਨਾ ਤੇ ਅਸਰ ਹੋਣਾ, ਕੇਵਲ ਨਾਮਾਂ ਤੇ ਨਹੀਂ। ਗੋਪੀਨਾਥ ਗੂਜਰ ਗੋਪਾਲ ਸਭੈ ਧੇਨ ਚਾਰੀ, ਰਿਖੀਕੇਸ ਨਾਮ ਕੈ ਮਹੰਤ ਲਹੀਅਤ ਹੈ। ਤੂੰ ਰਿਖੀਕੇਸ ਆਖੀ ਜਾਣਾ, ਬੜੇ ਸਾਰੇ ਮਹੰਤਾਂ ਦੇ ਨਾਂ ਰਿਖੀਕੇਸ ਹੁੰਦੇ ਨੇ। ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਇਹਦੇ ਨਾਲ ਗੱਲ ਨਹੀਂ ਬਣਨੀ। ਗਰੀਬ ਨਵਾਜ਼ ਕਹਿੰਦੇ ਨੇ, ਮਾਧਵ ਭਵਰ ਓਟੇਰੂ ਕੋ ਕਨਈਆ ਨਾਮ ਕੰਸ ਕੋ ਬਧਈਆ ਜਮਦੂਤ ਕਹੀਅਤ ਹੈ। ਤੂੰ ਆਖੇਂਗਾ ਮੈਂ ਤੇ ਕੰਸ ਨੂੰ ਮਾਰਨ ਵਾਲੇ ਦੀ ਗੱਲ ਕਰਦਾ, ਉਹਦਾ ਸਿਮਰਨ ਕਰਦਾ। ਪਾਤਸ਼ਾਹ ਕਹਿੰਦੇ ਨੇ, ਉਹਦਾ ਸਿਮਰਨ ਜੇ ਤੂੰ ਕਰਦਾ ਤੇ ਆਖਰ ਕੰਸ ਨੂੰ ਮਾਰਿਆ, ਬੇਸ਼ੱਕ ਸਾਹਮਣੇ ਤੇ ਮਾਰ ਰਹੇ ਨੇ ਭਗਵਾਨ ਕ੍ਰਿਸ਼ਨ,
ਜੇ ਪੂਰਨ ਸ਼ਕਤੀਵਾਨ ਦੀ ਗੱਲ ਕਰੀਏ, ਪਿੱਛੇ ਸ਼ਕਤੀ ਕਿਹਦੀ ਕੰਮ ਕਰ ਰਹੀ ਹੈ? ਉਹ ਤੇ ਅਕਾਲ ਪੁਰਖ ਦੀ ਕੰਮ ਕਰ ਰਹੀ ਹੈ। ਪਰ ਲੈ ਕੇ ਜਾਣ ਵਾਲਾ ਕੌਣ ਹੈ? ਪਾਤਸ਼ਾਹ ਕਹਿੰਦੇ ਨੇ ਲੈ ਕੇ ਜਾਣ ਵਾਲਾ ਤੇ ਉਹਨੂੰ ਜਮ ਹੈ ਨਾ, ਤੇ ਫਿਰ ਜਮ ਨੂੰ ਆਖਿਆ ਜਾ ਸਕਦਾ ਹੈ। ਕੰਸ ਕੋ ਵਧਈਆ, ਕੰਸ ਨੂੰ ਮਾਰਨ ਵਾਲਾ, ਤੇ ਫਿਰ ਜਮ ਨੂੰ ਆਖ ਲਓ। ਜੇ ਤੇਰੀ ਭਾਵਨਾ ਪਰਮੇਸ਼ਰ ਵਾਲੀ ਨਹੀਂ, ਜੇ ਤੇਰੀ ਭਾਵਨਾ ਉਸ ਕਰਤੇ ਪੁਰਖ ਨੂੰ ਨਹੀਂ ਵੇਖਦੀ। ਮੈਂ ਇੱਕ ਬਹੁਤ ਵਾਰੀ ਅਰਜ਼ ਕਰਦਾ ਹੁੰਨਾ, ਨਾਨਕ ਪ੍ਰਕਾਸ਼ ਵਿੱਚ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੋ ਤਰ੍ਹਾਂ ਦੀ ਬਿਰਤੀ ਦਾ ਜ਼ਿਕਰ ਕਰਦੇ ਨੇ। ਸਤਿਗੁਰੂ ਜੀ ਜ਼ਿਕਰ ਕਰਦੇ ਨੇ, ਪਾਤਸ਼ਾਹ ਕਹਿੰਦੇ ਨੇ ਕਿ ਇੱਕ ਬਿਰਤੀ ਹੈ ਜਿਹੜੀ ਕਿਹਰ ਬਿਰਤੀ ਹੈ, ਦੂਸਰੀ ਬਿਰਤੀ ਕਿਹੜੀ ਹੈ? ਉਹ ਬਿਰਤੀ ਹੈ ਕੂਕਰ ਬਿਰਤੀ। ਜਿਹੜੀ ਕਿਹਰ ਬਿਰਤੀ ਹੈ ਉਹਦਾ ਤੇ ਕੂਕਰ ਬਿਰਤੀ ਦਾ ਫਰਕ ਕੀ ਹੈ? ਕੂਕਰ ਬਿਰਤੀ ਦੇ ਵਿੱਚ ਇਹ ਕੀਤਾ ਜਾਂਦਾ ਹੈ ਕਿ ਜਦੋਂ ਕੋਈ ਕੁੱਤੇ ਨੂੰ ਸੋਟਾ ਮਾਰਦਾ ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਕੁੱਤੇ ਨੂੰ ਸੋਟਾ ਮਾਰਨ ਨਾਲ ਕੁੱਤਾ ਸੋਟਾ ਮਾਰਨ ਵਾਲੇ ਵੱਲ ਨਹੀਂ ਵੇਖਦਾ, ਉਹ ਸੋਟੇ ਨੂੰ ਮੂੰਹ ਪਾਉਂਦਾ, ਡੰਡੇ ਨੂੰ ਮੂੰਹ ਪਾਉਣ ਪੈਂਦਾ। ਉਹ ਸਮਝਦਾ ਕਿ ਮੈਨੂੰ ਮਾਰਨ ਵਾਲਾ ਕੋਈ ਹੋਰ ਨਹੀਂ, ਇਹ ਡੰਡਾ ਹੀ ਹੈ। ਪਰ ਕਿਹਰ ਕੀ ਕਰਦਾ? ਸ਼ੇਰ ਕੀ ਕਰਦਾ? ਸ਼ੇਰ ਆਪਣੇ ਉੱਤੇ ਵਾਰ ਕਰਨ ਵਾਲੇ ਹਥਿਆਰ ਨੂੰ ਨਹੀਂ ਵੇਖਦਾ, ਉਸ ਹਥਿਆਰ ਨੂੰ ਚਲਾਉਣ ਵਾਲੇ, ਉਸ ਸ਼ਸਤਰ ਨੂੰ, ਅਸਤਰ ਨੂੰ ਚਲਾਉਣ ਵਾਲੇ ਵੱਲ ਵੇਖਦਾ। ਇਸ ਵਾਸਤੇ ਪਾਤਸ਼ਾਹ ਕਹਿੰਦੇ ਨੇ ਕਿਹਰ ਬਿਰਤੀ ਚੰਗੀ ਹੈ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਤੱਕ ਤੇਰੀ ਕਿਹਰ ਬਿਰਤੀ ਨਹੀਂ ਹੁੰਦੀ, ਸ਼ੇਰ ਵਾਲੀ ਬਿਰਤੀ ਨਹੀਂ ਹੁੰਦੀ, ਜਦੋਂ ਤੱਕ ਉਸ ਕਰਤਾ ਪੁਰਖ ਨੂੰ ਜਿਹੜਾ ਸਾਰੇ ਸੰਸਾਰ ਨੂੰ ਚਲਾਉਣ ਵਾਲਾ ਹੈ, ਜਦੋਂ ਉਹ ਕਰਤਾ ਵੀ ਉਹ ਹੈ, ਭਰਤਾ ਵੀ ਉਹ ਹੈ ਤੇ ਹਰਤਾ ਵੀ ਉਹ ਹੈ, ਸਾਰਾ ਕੁਝ ਉਹ ਹੈ, ਜਦੋਂ ਉਸ ਨੂੰ ਗॉड ਕਿਹਾ ਜਾਂਦਾ, ਜਦੋਂ ਉਸ ਨੂੰ ਇਹ ਕਿਹਾ ਜਾਂਦਾ ਕਿ ਉਹ ਆਪੇ ਹੀ ਸਾਰਾ ਸੰਸਾਰ ਉਹਨੇ ਪੈਦਾ ਕੀਤਾ, ਆਪੇ ਹੀ ਉਸ ਸਾਰੇ ਸੰਸਾਰ ਨੂੰ ਲੈ ਕਰ ਲੈਂਦਾ, ਜਦੋਂ ਇਹ ਕਿਹਾ ਜਾਂਦਾ ਤੇ ਫਿਰ ਉਹਨਾਂ ਨੂੰ ਮਾਰਨ ਵਾਲਾ ਜਿਹੜਾ ਫਿਰ ਉਹ ਕੌਣ ਹੋਇਆ? ਕੰਸ ਨੂੰ ਮਾਰਨ ਵਾਲਾ ਫਿਰ ਕੌਣ ਹੋਇਆ? ਪਰਮੇਸ਼ਰ ਹੀ ਹੋਇਆ ਨਾ। ਤੋ ਇਸ ਵਾਸਤੇ ਗਰੀਬ ਨਵਾਜ ਕਹਿੰਦੇ ਨੇ ਸੰਸਾਰ ਦੀ ਰੀਤ ਜਿਹੜੀ ਆ ਉਹ ਇਹ ਹੈ ਕਿ ਮੂੜ ਰੂੜ ਪੀਟਤ ਨਾ ਗੂੜਤਾ ਕੋ ਭੇਦ ਪਾਵੈ। ਲੋਕੀ ਲਕੀਰਾਂ ਪਿੱਟ ਰਹੇ ਨੇ, ਸੱਪ ਲੰਘ ਜਾਏ ਨਾ, ਜੇ ਕਿਤੋਂ ਸੱਪ ਲੰਘ ਜਾਏ ਤੇ ਉਹ ਕੋਈ ਬੰਦਾ ਫੜ ਕੇ ਡਾਂਗ ਤੇ ਉਹਦੀ ਲਕੀਰ ਉੱਤੇ ਡਾਂਗਾ ਮਾਰਨ ਲੱਗ ਪਏ ਤੇ ਉਹਨੂੰ ਕਹਿੰਦੇ ਨੇ ਇਹ ਲਕੀਰ ਪਿੱਟ ਰਿਹਾ। ਆਮ ਕਰਕੇ ਅਸੀਂ ਬਹੁਤੇ ਲੋਕ ਲਕੀਰਾਂ ਪਿੱਟਦੇ ਹਾਂ, ਸੱਪ ਦੇ ਸਾਹਮਣੇ ਤੇ ਹੋਣ ਦੀ ਸਮਰੱਥਾ ਨਹੀਂ ਹੁੰਦੀ। ਇਸ ਵਾਸਤੇ ਪਾਤਸ਼ਾਹ ਕਹਿੰਦੇ ਨੇ ਇਹ ਜਿਹੜੀਆਂ ਪਰੰਪਰਾ ਬਣੀਆਂ ਹੋਈਆਂ ਨੇ ਲੋਕਾਂ ਦੀਆਂ, ਮੂੜ ਰੂੜ ਪੀਟਤ ਨਾ ਗੂੜਤਾ ਕੋ ਭੇਦ ਪਾਵੈ, ਵੇਖੋ ਵੇਖੀ ਸੁਣਿਆ ਸੁਣਾਇਆ ਨਾਮ ਜਪੀ ਜਾ ਰਹੇ ਹਾਂ। ਪਰ ਅਸਲ ਗੱਲ ਇਹ ਹੈ ਕਿ ਜਿੰਨਾ ਚਿਰ ਪੂਜਤ ਨਾ ਤਾਹੇ ਜਾ ਕੇ ਰਾਖੇ ਰਹੀਅਤ ਹੈ, ਜਿਹੜਾ ਰੱਖਿਆ ਕਰਨ ਵਾਲਾ ਪਰਮੇਸ਼ਰ ਅਕਾਲ ਪੁਰਖ ਹੈ, ਉਹਦੇ ਪ੍ਰਤੀ ਜਿੰਨਾ ਚਿਰ ਭਾਵਨਾ ਨਹੀਂ ਬਣਦੀ, ਉਹਨਾਂ ਚਿਰ ਕੇਵਲ ਨਾਂ ਜਿਹੜੇ ਨੇ ਉਹ ਕੁਛ ਨਹੀਂ ਕਰ ਸਕਦੇ। ਤੋ ਮੈਂ ਅਰਜ਼ ਇਹ ਕੀਤੀ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਬਚਨ ਕੀਤਾ ਕਿ ਮਨੁੱਖ ਜਿਹੜਾ ਹੈ ਉਸ ਨੂੰ ਇਸ ਗੱਲ ਤੋਂ ਕਦੇ ਵੀ ਕਿਨਾਰਾ ਨਹੀਂ ਕਰਨਾ ਚਾਹੀਦਾ ਕਿ ਭਗਉਤੀ ਨਾਂ ਜਿਹੜਾ ਹੈ ਉਹ ਪਰਮੇਸ਼ਰ ਦਾ ਹੈ, ਨਾ ਕਿ ਕਿਸੇ ਦੇਵੀ ਦਾ। ਇਹ ਉਹੀ ਅਰਦਾਸ ਹੈ ਜਿਹੜੀ ਅਰਦਾਸ ਕਰਕੇ ਤੇ ਸਿੱਖਾਂ ਨੇ ਆਪਣੇ ਸਿਰ ਦਿੱਤੇ ਜਮੂਰਾਂ ਨਾਲ ਆਪਣਾ ਮਾਸ ਕਟਾ ਲਿਆ। ਇਹ ਉਹੀ ਜਿਹੜਾ ਹੈਗੀ ਹੈ ਅਰਦਾਸ, ਜਿਹੜੀ ਅਰਦਾਸ ਕਰਕੇ ਭਾਈ ਸੁੱਖਾ ਸਿੰਘ ਮਤਾਬ ਸਿੰਘ ਹੋਰਾਂ ਨੇ ਮੱਸੇ ਰੰਗੜ ਦਾ ਜਾ ਕੇ ਸਿਰ ਕੱਟਿਆ। ਇਹ ਉਹੀ ਅਰਦਾਸ ਹੈ, ਬੰਦ ਬੰਦ ਕਟਵਾ ਕੇ ਵੀ ਹੱਸਦੇ ਰਹੇ ਜਦੋਂ ਸੂਰਮੇ, ਇਹ ਉਹ ਅਰਦਾਸ ਹੈ। ਇਸ ਵਾਸਤੇ ਸਤਸੰਗੀ ਜਨੋ, ਸਤਿਗੁਰੂ ਜੀ ਕਹਿੰਦੇ ਨੇ ਸ੍ਰੀ ਭਗਉਤੀ ਜੀ ਸਹਾਇ। ਅੱਗੇ ਫਿਰ ਇੱਕ ਹੋਰ ਬਚਨ ਆਇਆ, ਸਤਿਗੁਰੂ ਜੀ ਕਹਿੰਦੇ ਨੇ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਬਹੁਤ ਸਾਰੇ ਲੋਕ ਇਸ ਤਰ੍ਹਾਂ ਦਾ ਵਿਚਾਰ ਵੀ ਦਿੰਦੇ ਨੇ ਕਿ ਲਓ ਜੀ ਇਹ ਤਾਂ ਸਾਰੀ ਦੀ ਸਾਰੀ ਸਿਫਤ ਹੀ ਉਹਦੀ ਹੈ, ਇਹ ਸਾਰੀ ਸਿਫਤ ਹੀ ਦੇਵੀ ਦੀ ਹੈ, ਇਸੇ ਵਾਸਤੇ ਆਖਿਆ ਗੁਰੂ ਨਾਨਕ ਲਈ ਤੇ ਆਏ, ਗੁਰੂ ਨਾਨਕ ਨੇ ਧਿਆ ਲਈ ਉਹ ਦੇਵੀ। ਅਸਲ ਵਿੱਚ ਇਹ ਨਹੀਂ। ਜਦੋਂ ਅਸੀਂ ਪਹਿਲੀ ਤੁਕ ਨੂੰ ਵੇਖਦੇ ਹਾਂ, ਉਹਦੇ ਦੋ ਹਿੱਸੇ ਕਰਕੇ ਵੇਖੋ, ਉੱਥੇ ਦੋ ਵੱਖਰੇ ਵੱਖਰੇ ਪਦ ਨੇ, ਵੱਖਰੇ ਵੱਖਰੇ ਹਿੱਸੇ ਨੇ ਉਸ ਤੁਕ ਦੇ। ਪ੍ਰਥਮ ਭਗਉਤੀ ਸਿਮਰ ਕੈ, ਪਹਿਲਾਂ ਭਗਉਤੀ ਨੂੰ ਸਿਮਰ ਕੇ ਤੇ ਫੇਰ ਕੀ ਕੀਤਾ? ਗੁਰੂ ਨਾਨਕ ਲਈ ਧਿਆਏ, ਫੇਰ ਗੁਰੂ ਨਾਨਕ ਨੂੰ ਧਿਆਉਣਾ ਕਰ। ਜੇ ਹੁਣ ਉੱਥੇ ਇਸ ਤਰ੍ਹਾਂ ਪਾਠ ਨਾ ਹੁੰਦਾ, ਪਾਠ ਹੋਰ ਤਰ੍ਹਾਂ ਹੁੰਦਾ ਕਿ ਪ੍ਰਥਮ ਭਗਉਤੀ ਸਿਮਰਿਆ, ਗੁਰੂ ਨਾਨਕ ਲਈ ਧਿਆਏ, ਤੇ ਮੈਂ ਉਹਨੂੰ ਸਿਮਰਿਆ ਜਿਸ ਨੂੰ ਗੁਰੂ ਨਾਨਕ ਨੇ ਧਿਆਇਆ, ਫਿਰ ਤੇ ਬਣ ਸਕਦਾ ਸੀ। ਪਰ ਸਿਮਰ ਕੇ ਪਾਠ ਹੈ, ਇਸ ਵਾਸਤੇ ਇਹ ਦੋ ਪਦ ਵੱਖਰੇ ਵੱਖਰੇ ਨੇ ਔਰ ਦੋਵਾਂ ਦਾ ਅਰਥ ਵੱਖਰਾ ਵੱਖਰਾ ਹੋਵੇਗਾ, ਇਕੱਠਾ ਨਹੀਂ ਹੋ ਸਕਦਾ। ਇਸ ਵਾਸਤੇ ਸਤਿਗੁਰੂ ਜੀ ਕਹਿੰਦੇ ਨੇ ਪਹਿਲਾਂ ਸਭ ਤੋਂ ਮੈਂ ਪਰਮੇਸ਼ਰ ਨੂੰ ਸਿਮਰਿਆ, ਉਸ ਤੋਂ ਬਾਅਦ ਵਿੱਚ ਗੁਰੂ ਨਾਨਕ ਨੂੰ ਧਿਆਇਆ। ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ, ਅਰਜੁਨ ਹਰਿ ਗੋਬਿੰਦ ਨੋ। ਹੁਣ ਇੱਥੇ ਨੋ ਸ਼ਬਦ ਆਇਆ,
ਜਿਹੜੇ ਮਨੁੱਖ ਇਹਦਾ ਇਹ ਅਰਥ ਕਰਦੇ ਨੇ ਕਿ ਦੇਵੀ ਦੀ ਆਰਾਧਨਾ ਕੀਤੀ ਹੈ, ਉੱਥੇ ਇਹਦਾ ਨੋ ਦਾ ਅਰਥ ਕੀ ਕਰਨਗੇ? ਇਹ ਉਹਨਾਂ ਦੇ ਵੱਸ ਦੀ ਗੱਲ ਹੈ, ਮੇਰੇ ਵੱਸ ਦੀ ਨਹੀਂ। ਅਰਜੁਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ। ਤੇ ਫਿਰ ਅੱਗੇ ਇਹ ਵੀ ਪਾਤਸ਼ਾਹ ਕਹਿੰਦੇ ਨੇ ਕਿ ਸ੍ਰੀ ਹਰਿਕ੍ਰਿਸ਼ਨ ਧਿਆਈਆ ਜਿਸ ਡਿਠੇ ਸਭ ਦੁੱਖ ਜਾਏ। ਹੁਣ ਸ੍ਰੀ ਹਰਿਕ੍ਰਿਸ਼ਨ ਨੂੰ ਧਿਆਉਣਾ ਤੇ ਦਰਸ਼ਨ ਕੀਤਿਆਂ ਕਿਹਦਾ ਦਰਸ਼ਨ ਕੀਤਿਆਂ ਦੁੱਖ ਜਾਵੇਗਾ? ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਹੀ ਲਿਖਿਆ ਨਾ। ਇੱਥੇ ਦੇਵੀ ਦਾ ਤੇ ਹੈ ਨਹੀਂ ਕਿ ਦੇਵੀ ਦਾ ਦਰਸ਼ਨ ਕੀਤਿਆਂ ਸਰਬ ਦੁੱਖ ਜਾਣਾ। ਇੱਥੇ ਆਰਾਧਨਾ ਜਿਹੜੀ ਹੈ ਉਹ ਗੁਰੂ ਸਾਹਿਬਾਨਾਂ ਦੀ ਹੈ। ਔਰ ਦੂਸਰੀ ਗੱਲ, ਇੱਕ ਗੱਲ ਹੋਰ ਧਿਆਨ ਦੇਣ ਵਾਲੀ ਹੈ ਕਿ ਕਦੇ ਵੀ ਇਹ ਨਹੀਂ ਸੋਚਣਾ ਚਾਹੀਦਾ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਹੋਰ ਨੇ, ਅਕਾਲ ਪੁਰਖ ਹੋਰ ਹੈ, ਸ਼ਕਤੀ ਜਿਹੜੀ ਸੰਸਾਰ ਵਿੱਚ ਵਿਚਰ ਰਹੀ ਹੈ ਉਹ ਹੋਰ ਹੈ। ਇਹ ਦਵੈਤ ਮਤ ਸਾਡਾ ਮਤ ਨਹੀਂ, ਗੁਰਸਿੱਖੀ ਦਾ ਮਤ ਅਦਵੈਤ ਮਤ ਹੈ। ਇਹਦੇ ਵਿੱਚ ਤਾਂ ਇਹੀ ਚੱਲਦਾ ਜਿਹੜਾ ਕਬੀਰ ਸਾਹਿਬ ਜੀ ਨੇ ਆਖਿਆ। ਪਤਾ ਨਹੀਂ ਕਿਸ ਤਰ੍ਹਾਂ ਉਹਨਾਂ ਨੂੰ ਇਹ ਸਹਿਣ ਹੁੰਦਾ ਹੋਵੇਗਾ ਜਿਹੜਾ ਕਬੀਰ ਸਾਹਿਬ ਨੇ ਬਚਨ ਕੀਤਾ ਹੈ, ਕਬੀਰ ਪੂੰਗਰਾ ਰਾਮ ਅੱਲਾਹ ਕਾ ਸਭ ਗੁਰ ਪੀਰ ਹਮਾਰੇ। ਸਾਰੇ ਗੁਰੂ ਪੀਰ ਸਾਡੇ ਆਪਣੇ ਨੇ। ਪਤਾ ਨਹੀਂ ਇਹ ਕਿੱਦਾਂ ਬਚਦਾ ਹੋਵੇਗਾ ਉਹਨਾਂ ਨੂੰ, ਪਰ ਮੈਂ ਹੈਰਾਨ ਹਾਂ ਕਿ ਉਹਨਾਂ ਨੇ ਤੇ ਇਹ ਆਖਿਆ, ਉਹਨਾਂ ਦਾ ਮਤ ਅਦਵੈਤ ਮਤ ਹੈ। ਸਾਰੇ ਭਰਾ ਨੇ, ਸਾਰੇ ਆਪਸ ਵਿੱਚ ਇੱਕ ਨੇ, ਇਸ ਵਾਸਤੇ ਵੱਖਰਾ ਵੱਖਰਾ ਨਹੀਂ ਕੀਤਾ ਜਾ ਸਕਦਾ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਇੱਕ ਹੋਰ ਬਚਨ ਕਰਦੇ ਨੇ, ਜਿੱਥੇ ਉਹਨਾਂ ਨੇ ਲਿਖਿਆ ਹੈ ਆਪਣੀ ਕਥਾ। ਪਾਤਸ਼ਾਹ ਕਹਿੰਦੇ ਨੇ, ਅਬ ਮੈਂ ਆਪਣੀ ਕਥਾ ਬਖਾਨੋ ਤਬ ਸਾਧਤ ਜੇ ਬਿਦ ਮੋਹਿ ਆਨੋ। हेमकुंट पर्वत है जहाँ सप्त श्रृंग शोभत है तहाँ तहा हम अधिक तपस्या साधी महाकाल कालिका आराधी। उन्होंने ये वचन करता कि महाकाल कालिका आराधी। हुण जदों असीं भाई गुरदास दूजे नूं पढ़दे हां ते भाई गुरदास जी दूजे जिहड़े ने वो भी यही वचन करते हैं कि गुर सिमर मनाई कालका खंडे की वेला। उत्थे भी वो कालका की गल करते हैं, पर की कालका जिहड़ी है वो देवी है? मैं अर्ज कर दिया कि असल विच इत्थे कालिका तो शब्द तो भाव उस परमेश्वर की शक्ति है, ते परमेश्वर की शक्ति कदे वखरी नहीं हो सकती। मनुख ते मनुख की प्राण शक्ति कदी वखरी नहीं हो सकती। अग अते अग की साड़न की शक्ति कदे वखरी नहीं हो सकती। इस तरह परमेश्वर ते परमेश्वर की शक्ति नूं कदी वखरा करके नहीं वेख्या जा सकता और नहीं वेखना चाहिए। इसे वास्ते उसे शक्ति बारे उन्होंने लिखा कि तै ही दुर्गा साज के दैंतां दा नाश कराया। जे तो हुण इत्थे दुर्गा की सिफत होवे। एक गल होर ध्यान देण वाली है कि जदों किसी सच दे मार्ग ते चल के जूझण वाला मनुख जेतू बनता है तो उन्होंने सारे लोगों ने, सारे संसार ने और सात्विक पुरुषों ने, खास करके सच्चे सुच्चे लोगों ने, धर्मी पुरुषों ने उन्होंने शाबाश दी है। वार जिहड़ी है वो एक जोधे दा जस हुंदा है ते जोधे दा जस लिखण नाल ओदा पुजारी नहीं बन जाईदा कदे भी। ये गल ध्यान देण वाली है। किसी जेतू की सिफत करन नाल ये तो नहीं हो जाता कि ओदा पुजारी बन गया गुरु गोबिंद सिंह साहिब। गुरु गोबिंद सिंह साहिब सच्चे पातशाह ने चंडी की वार लिख दी और चंडी की वार लिख के ते अखीर ते वो वचन करते हैं सतगुरु सच्चे पातशाह कि दुर्गा पाठ बनाया सभे पौड़ियाँ फिर ना जूनी आया जिन्हें गाया। ये भी किंतु करते हैं कि वेखो जी दुर्गा का पाठ करन नाल किद्दां इस संसार दे विचों पार उतारा हो सकता है तो किद्दां मुक्ति की प्राप्ति हो सकती है। मैं एक अर्ज कर दिया कि ये दो पक्ष ने। एक इस गुरु गोबिंद सिंह सच्चे पातशाह जी की बाणी जिहड़ी है वो जिथे वीर रस मनुख दे विच पैदा करती है उत्थे नाल दी नाल अध्यात्मक पक्ष पैदा करती है। ये केवल ते केवल संसार में जूझण वास्ते पढ़न वाली ही बाणी नहीं, असल विच अपने मन के अंदर कुबिरतियाँ प्रवृत्तियाँ जिहड़ियां चल रही ने, चंगियां माड़ियां बिरतियां ने, उन्हां दे घोल दी गल है। इस वास्ते पातशाह कहते हैं धन जियो तिह को जग मैं मुख ते हार चित्त मैं युद्ध विचार है। हुण चित्त विच युद्ध की विचार करनी है। चित्त विच युद्ध की विचार जिहड़ी है वो किद्दां होवेगी? मन ही नाल झगड़ा, मन ही नाल सथ, मन का झगड़ा है आपस विच। चंगियां शक्तियां दा, माड़ियां शक्तियां दा, संकल्पां अते विकल्पां दा आपस विच झगड़ा है। जदों असीं पारसनाथ का प्रसंग पढ़ते हैं, पारसनाथ के प्रसंग में सतगुरु सच्चे पातशाह ने इस गल नूं खोल के जिक्र कर दिता है
कि मोह दे जिहड़े पक्षी ने, मोह दी सैना जिहड़ी है, उहदे सैनापति किहड़े ने, उहदी सैना दे वड्डे वड्डे जरनैल जिहड़े ने वो किहड़े ने। दूजे पासे विवेक दी सैना कैसी है, उहदा रंग कैसा है, उहदे घोड़े कैसे ने, उहदी सैना जिहड़ी है, उहदे सैनापति किहड़े ने, ये उत्थे जिक्र कीता। और उस मोह विवेक की लड़ाई विच मोह नूं हारदा ते विवेक नूं जितदा होया विखाया सतगुरां ने। इसे तरह ही इत्थे मैखासुर होरां नूं देवते जिहड़े ने, भाव असुर जिहड़े ने, राक्षस जिहड़े ने, उन्हां नूं हारदा विखाया ते जितदा विखाया होया है सच नूं। उत्थे शक्ति नूं विखाया है जितदा होया। मैं एक अर्ज कर दियां कि इत्थे देवतियां दा जिक्र, जिहड़े प्रमुख देव ने 3, उन्हां दा जिक्र नहीं आया। क्यों नहीं आया? याद रखण वाली गल है कि भगवान विष्णु, भगवान शिव, भगवान ब्रह्मा 3 प्रमुख देवते ने। साडा फर्ज बनता है कि वो बहुत वड्डे ने, बहुत उच्च शक्तियां ने, इस वास्ते सत्कार ही करना बनता है। उन्हां ते किंतु परंतु करना साडा नहीं बनता। मैं अर्ज कर रहा सा कि वो 3 ने, पर वो 3 भी जिहड़े ने वो तिन्ना गुणां च फसे हुए ने। ये भी याद रख लेना। जे भगवान शिव जिहड़े ने वो तमो गुण के अधिकारी ने, तमो गुण है उन्हां दा। ब्रह्मा जी का जिहड़ा है वो रजो गुण है, तो सतो गुण जिहड़ा है वो विष्णु जी का है। पर पार उतारा कदों होवेगा? पार उतारा उदों होना है जदों 3 गुणां तो अगे लंघेगा मनुख। तो अगे लंघण वास्ते फिर शक्ति की शरण लैनी पवेगी। वो फिर अकाल पुरख की शरण के नाल ही उतों पार उतारा हो सकता है। सो इस वास्ते इत्थे जंग जिहड़ा चल रहा है, वो जंग चल रहा है सुबृतियां दा ते कुबृतियां दा, मनुख दे अंदर दे संकल्पां ते विकल्पां दा। ते उहदे विच जदों मनुख इस नूं पढ़दा पढ़दा मनुख दा आत्मा जिहड़ा है वो बलवान हो जांदा है। उहदियां सुबृतियां हावी हुंदियां ने, कुबृतियां जिहड़ियां ने उहदे विच हार जाणगियां ते फिर ना जूनी आया दी अवस्था ते फिर प्राप्त हो ही जावेगी। एक गल मैं होर करके आप पासों खिमा मंगांगा, समा हो गया, पर सामने आई है गल। जिन्नी गुरु कलगीधर पातशाह की बाणी है, दुनियावी तौर पर भी सानू वीर बनाउण वास्ते उत्साहित करती है, वीर रस पैदा करती है। सतगुरु सच्चे पातशाह जी ने वेख्या कि संसार दे विच जिहड़ी इस्त्री है ना, ये अबला है, दबी हुई है, जुगा जुगा तो जुल्म सहन करती आ रही है, दबी हुई है। दबी हुई इस्त्री नूं उठाउण वास्ते, समाज विच उच्चा चुकण वास्ते सतगुरु जी ने इस अकाल पुरख की इस्त्री लिंग भावना की पूजा की है। उत्थे उन्हां दी गल जिहड़ी है भगवती रूप विच, शक्ति रूप विच तां कीती है कि जे दुर्गा आ कुछ कर सकती है तो फिर तुसीं भी ये कुछ कर सकदियां जे, समर्थ जे तुसीं भी। इस वास्ते बलवान बनाउण वास्ते है। दूसरे पासे जिहड़ी जंगां हुंदियां ने, उस वेले याद रखण वाली गल है कि हाले इस्लाम नहीं बनिया, पर जदों भगवान कृष्ण की युद्ध लीला चलती है तो उस युद्ध लीला दे विच मुसलमान भी आउंदे ने। उस वेले एक डर बनिया होया समाज के लोगों के अंदर कि मुसलमान जिहड़े ने, मुसलमान तो भाव उस वेले दे हाकम जिहड़े ने, वो हाकम जिहड़े ने वो बड़े जोरावर ने ते असीं उन्हां दा मुकाबला नहीं कर सकते। ये भावना है। इस भावना नूं साडे अंदरों कड्ढण वास्ते सतगुरु जी उत्थे वो मुसलमानां नूं लिआउंदे ने। वो ना उत्थे पेश कीते गए ने, पर उन्हां नूं हारदे होए विखाया गया खड़ग सिंह दे सामने। ते खड़ग सिंह दे सामने वो सारे दे सारे हार गए। जे वो हार गए, खड़ग सिंह हरा सकता है, तो तू भी गुरु का सिंह है, तू भी उन्होंने हरा सकता है। इस वास्ते ये शक्ति भरन वास्ते सतगुरु जी ने यह कृपा की। सारे माई भाई एक बारी कृपा करो तो उस महान सतगुरु जी को नमस्कार करिए, जेड़े सतगुरु सच्चे पातशाह ने सानू बार बार, एक बारी नहीं सैकड़े बारी ये हुक्म किया है सतगुरु सच्चे पातशाह ने कि हर घर प्रति 1 महीने का एक आद बाणी का जां दसम बाणी का पाठ किया जाए, क्योंकि साडा विधान है असी दोवें बाणियां नूं बराबर समझते हैं। सतगुरु राम सिंह सच्चे पातशाह ने अपने हुक्मनामिਆਂ 'ਚ भी ये वचन किया कि हुक्मनामे तां साडे 2 ही हैं, दोवें ही ग्रंथ साहिब। ये जिक्र किया है सतगुरु जी ने। इस वास्ते साडे वास्ते आद बाणी दसम बाणी बराबर है। जिस सतगुरु ने सानू उस गुरबाणी नाल जोड़िया और ये हुक्म किया कि हर घर 'च
ਮਹੀਨੇ ਦਾ ਇੱਕ ਆਦ ਬਾਣੀ ਦਾ ਜਾਂ ਦਸਮ ਬਾਣੀ ਦਾ ਪਾਠ ਜਿਹੜਾ ਹੈ ਉਹ ਹੋਣਾ ਚਾਹੀਦਾ ਹੈ। ਆਓ ਉਸ ਸਤਿਗੁਰੂ ਦੇ ਚਰਨਾਂ 'ਚ ਸਿਜਦਾ ਕਰੀਏ, ਨਮਸਕਾਰ ਕਰੀਏ। ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ। ਸਾਡੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ। ਧੰਨਵਾਦ।